ਆਦਿ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰਿਓ ਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਆਦਿ ਕਰਮ ਗੁਰਦੇਵ ਕੋ ਬੰਦਨ, ਵਾਹਿਗੁਰੂ ਮੁਖ ਮਾਹੇ ਉਚਾਰੀ। ਦੋਇ ਕਰ ਜੋਰ ਕਰੋ ਚਰਣਾ ਪਰ, ਜਾਉ ਸਦਾ ਗੁਰ ਕੋ ਬਲਿਹਾਰੀ। ਕਾਨ ਸੁਨੈ ਉਪਮਾ ਗੁਰ ਕੀ, ਗੁਰਮੂਰਤਿ ਧਿਆਨ ਹਿਰਦੈ ਮਹਿ ਧਾਰੀ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਸੇਵਕ ਸਰਣ ਗਹੀ ਦਰਬਾਰੀ। ਡੰਡੌਤ ਬੰਦਨ ਅਨਕ ਵਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਨਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਭੂਪ ਉਚਰੈ ਸ਼ਾਸਤਰ ਖਾਟ, ਪਿੰਗ ਗਿਰਨ ਚੜ੍ਹ ਜਾਏ। ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਗੁਰੂ ਨਾਨਕ ਪੁਰਸ਼ੋਤਮੰ, ਪਰਮ ਪਰਾਵਰਨਾਥ। ਜੁਗਲ ਚਰਨ ਮੰ ਬੰਦਨਾ, ਧਰ ਕਰ ਧਰ ਪਰਮਾਥ। ਗੁਰੂ ਨਾਨਕ ਸੁਖ ਸਿੰਧ ਕੋ, ਹਾਥ ਜੋਰ ਪ੍ਰਣਾਮ। ਜਿਸ ਕਰਣਾ ਤੇ ਵਡਿਆਗੀ, ਪਾਵਹਿ ਗਤ ਵਿਸ਼ਰਾਮ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਲ ਗੁਣ ਆਨੰਦ ਉਪਾਰਜਨਾ, ਹਰ ਸੱਜਣ ਪ੍ਰਗਟੇ ਆਏ। ਸੰਤ ਸਹਾਈ ਰਾਮ ਕੇ, ਕਰ ਕਿਰਪਾ ਦੀਆ ਮਿਲਾਏ। ਫਲ ਗੁਣ ਆਨੰਦ ਉਪਾਰਜਨਾ, ਹਰ ਸੱਜਣ ਪ੍ਰਗਟੇ ਆਏ। ਸੰਤ ਸਹਾਈ ਰਾਮ ਕੇ, ਕਰ ਕਿਰਪਾ ਦੀਆ ਮਿਲਾਏ। ਸੇਜ ਸੁਹਾਵੀ ਸਰਬ ਸੁਖ, ਹੁਣ ਦੁਖਾ ਨਾਹੀ ਜਾਏ। ਇਸ਼ ਪੁਨੀ ਵੱਡ ਭਾਗਣੀ, ਵਰ ਪਾਇਆ ਹਰ ਰਾਏ। ਮਿਲ ਸਹੀਆ ਮੰਗਲ ਗਾਵਹੀ, ਗੀਤ ਗੋਵਿੰਦ ਅਲਾਏ। ਹਰ ਜੇਹਾ ਅਵਰ ਨਾ ਦਿਸਈ, ਕੋਈ ਦੂਜਾ ਲਵੈ ਨਾ ਲਾਏ। ਹਲਤ ਪਲਤ ਸਵਾਰਿਓਨ, ਨਿਹਚਲ ਦਿਤਿਅਨ ਜਾਏ। ਸੰਸਾਰ ਸਾਗਰ ਤੇ ਰਖਿਅਨ, ਬਹੁੜ ਨ ਜਨਮੈ ਧਾਏ। ਜਿਹਵਾ ਏਕ ਅਨੇਕ ਗੁਣ, ਤਰੇ ਨਾਨਕ ਚਰਣੀ ਪਾਏ। ਫਲ ਗੁਣ ਨਿਤ ਸਲਾਹੀਐ, ਜਿਸਨੋ ਤਿਲ ਨਾ ਤਮਾਏ। ਜਿਹਵਾ ਏਕ ਅਨੇਕ ਗੁਣ,
ਤਾਰੇ ਨਾਨਕ ਚਰਣੀ ਪਾਏ। ਫਲ ਗੁਣ ਨਿਤ ਸਲਾਹੀਐ, ਜਿਸਨੋ ਤਿਲ ਨਾ ਤਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ ਕਿਰਪਾਲਤਾ ਦਾ ਸਦਕਾ ਆਪ ਸਾਰੀਆਂ ਸੰਗਤਾਂ ਅੰਮ੍ਰਿਤ ਵੇਲੇ ਤੋਂ ਗੁਰੂ ਮਹਾਰਾਜ ਦੇ ਪਾਵਨ ਚਰਨਾਂ ਦੀ ਹਾਜ਼ਰੀ ਭਰ ਰਹੇ ਹੋ। ਅੰਮ੍ਰਿਤ ਵੇਲੇ ਸਤਿਗੁਰਾਂ ਦੇ ਪਵਿੱਤਰ ਸਰੂਪ ਦਾ ਪ੍ਰਕਾਸ਼ ਹੋਇਆ। ਪੰਜ ਬਾਣੀਆਂ ਦਾ ਨਿਤਨੇਮ, ਸ਼੍ਰੀ ਆਸਾ ਜੀ ਦੀ ਵਾਰ ਦਾ ਸੰਪੂਰਨ ਕੀਰਤਨ ਹਰ ਜਸ, ਔਰ ਜੋ ਮਹੀਨਾ ਦੇਸੀ ਸੰਮਤ ਦਾ ਆਰੰਭ ਹੋ ਰਿਹਾ ਹੈ, ਜਿਹਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਵਿਚਾਰ ਸਰਵਣ ਕਰਨ ਵਾਸਤੇ ਆਪ ਸਾਰੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰੀ ਭਰ ਰਹੇ ਹੋ। ਸਿਆਣੇ ਪੁਰਸ਼ਾਂ ਨੇ ਸਮੇਂ ਦੀ ਵੰਡ ਕੀਤੀ ਹੈ। ਸਾਲ ਦੇ 12 ਮਹੀਨੇ ਔਰ 6 ਰੁੱਤਾਂ, 7 ਦਿਨ, 15 ਥਿੱਤਾਂ, ਔਰ ਇਸੇ ਤਰ੍ਹਾਂ ਫਿਰ ਪੈਰ ਵਗੈਰਾ, ਘੜੀਆਂ, ਮਹੂਰਤ, ਪਲ, ਖਿਣ ਤੱਕ, ਔਰ ਸਮੇਂ ਨੂੰ ਜਾਣਨ ਵਾਸਤੇ ਘੜੀਆਂ ਵਗੈਰਾ ਵੀ ਬਣਾਈਆਂ। ਹੁਣ ਕਿੰਨੇ ਵੱਜ ਕੇ ਕਿੰਨੇ ਮਿੰਟ ਸਕਿੰਟ ਹੋਏ ਆ, ਔਰ ਉਹਦੇ ਮੁਤਾਬਕ ਫਿਰ ਜਿੱਥੇ ਜਿੱਥੇ ਕਿਹਦਾ ਪਹਿਰਾ ਲੱਗਿਆ ਹੋਇਆ, ਉਹ ਸਮੇਂ ਦੇ ਨਾਲ ਜਾਂਦੇ ਆਉਂਦੇ ਹਨ। ਜਾਣ ਦਾ ਸਮਾਂ ਔਰ ਜਿੰਨੀ ਸੇਵਾ ਉਹ ਜਦੋਂ ਛੁੱਟੀ ਵਗੈਰਾ ਹੁੰਦੀ ਹੈ, ਉਹ ਘੜੀ ਤੋਂ ਫਿਰ ਪਤਾ ਲੱਗਦਾ ਹੈ। ਇਸ ਤਰ੍ਹਾਂ ਦਿਨਾਂ ਬਾਰੇ ਵੀ ਹੈ, ਔਰ ਇਹ ਸਾਰਾ ਸਰਕਲ ਜਿਹੜਾ ਉਹ ਚੱਕਰ ਇਸ ਤਰ੍ਹਾਂ ਦਾ ਬਣਾਇਆ ਹੋਇਆ। ਸੋ ਇਹ 12 ਮਹੀਨੇ ਸੂਰਜ ਔਰ ਚੰਦਰਮਾ ਦੇ ਨਾਲ ਪ੍ਰਕਿਰਤੀ ਦਾ ਜਿਹੜਾ ਨਿਯਮ ਹੈ ਉਹ ਚੱਲ ਰਿਹਾ। ਸੁਗਰਾਂਦਾਂ ਜਿਹੜੀਆਂ ਇਹ ਸੂਰਜ ਨਾਲ ਸੰਬੰਧਿਤ ਹੈ, ਔਰ ਮੱਸਿਆ ਪੁੰਨਿਆਂ ਜਿਹੜੀਆਂ ਇਹ ਚੰਦ ਦੇ ਨਾਲ ਹੈ। ਸੂਰਜ ਜਿਹੜਾ, ਇਹਦੀਆਂ 12 ਰਾਸ਼ਾਂ ਜਾਂ 12 ਕਲਾ ਕਹਿ ਦਿਓ, ਜੋਤਸ਼ੀ ਲੋਕ ਰਾਸ਼ ਕਹਿ ਦਿੰਦੇ, ਰਾਸ਼ੀ। ਔਰ ਇਹਦਾ ਜਿਹੜਾ ਚੱਕਰ ਆ ਉਹ ਇੱਕ ਰਾਸ਼ੀ ਤੋਂ ਦੂਜੀ ਰਾਸ਼ੀ ਤਾਈਂ ਇੱਕ ਮਹੀਨੇ ਦੇ ਵਿੱਚ ਪੂਰਾ ਹੁੰਦਾ। ਜਿਸ ਦਿਨ ਇਹਦਾ ਉਹ ਚੱਕਰ ਪੂਰਾ ਹੁੰਦਾ ਹੈ, ਉਸ ਦਿਨ ਦਾ ਨਾਂ ਹੈ ਮਸਾਂਤ। ਜਿਸ ਦਿਨ ਦੂਸਰੀ ਰਾਸ਼ੀ ਵਿੱਚ ਪ੍ਰਵੇਸ਼ ਕਰਦਾ, ਉਹਦਾ ਨਾਂ ਸੁਕਰਾਂਤ, ਸੁਕਰਾਂਤੀ, ਸਿੱਧਾ ਸੁਕਰਾਂਤ ਕਹਿ ਦਿੰਦੇ। ਔਰ ਇਸ ਤਰ੍ਹਾਂ ਹੀ ਪੁੰਨਿਆ ਵਗੈਰਾ, ਪੂਰਨਮਾਸ਼ੀ ਜਾਂ ਪੂਰਨਮਾ ਵਗੈਰਾ,
ਉਹ ਮਹੀਨੇ 'ਚ ਫਿਰ ਚੰਦ ਦੀਆਂ ਕਲਾ 16 ਹੁੰਦੀਆਂ। ਜਿੱਦਣ ਫਿਰ 16 ਕਲਾ ਪੂਰੀਆਂ ਹੋ ਜਾਂਦੀਆਂ, ਉਹ ਪੁੰਨਿਆਂ ਦਾ ਦਿਨ ਹੁੰਦਾ ਹੈ। ਜਦੋਂ ਇਹਦੀਆਂ ਕਲਾ ਸੂਰਜ ਵਿੱਚ ਲੀਨ ਹੋ ਜਾਂਦੀਆਂ, ਉਹ ਦਿਨ ਦਾ ਨਾਂ ਅਮਾਵਸ, ਸਿੱਧਾ ਮੱਸਿਆ ਹੀ ਕਹਿ ਦਿੰਦੇ ਆ। ਚੰਦਰਮਾ ਦਾ ਸੂਰਜ ਦੇ ਵੱਸ ਹੋਣਾ, ਭਾਵ ਉਹਦੀਆਂ ਕਲਾ ਸੂਰਜ ਦੇ ਵਿੱਚ ਲੀਨ ਹੋ ਗਈਆਂ। ਉਹ ਫਿਰ ਹਨੇਰੀ ਰਾਤ ਹੁੰਦੀ ਹੈ। ਇਸ ਤਰ੍ਹਾਂ ਇਹ ਜਿਹੜਾ ਪ੍ਰਕਿਰਤੀ ਦੇ ਕੋਈ ਨਿਯਮ ਬਣਾਏ ਹੋਏ ਪਰਮਾਤਮਾ ਨੇ, ਉਹਦੇ ਨਾਲ ਇਹ ਸਾਰਾ ਹੀ ਬ੍ਰਹਿਮੰਡ ਦਾ ਜੋ ਕਾਰਜਕ੍ਰਮ ਹੋ ਰਿਹਾ। ਇਸ ਤਰ੍ਹਾਂ ਰੁੱਤਾਂ ਵਗੈਰਾ ਈਸ਼ਰ ਹੈ, ਇਹ ਗ੍ਰੀਖਮ ਹੈ, ਸਰਦ ਰੁੱਤ ਹੈ, ਇਹ ਪਾਵਸ ਰੁੱਤ ਹੈ, ਇਹ ਬਸੰਤ ਦੀ ਹੈ। ਰੁੱਤਾਂ ਵਗੈਰਾ ਜਿਹੜੀਆਂ 2-2 ਮਹੀਨੇ ਦੀਆਂ, ਇਹ ਪਤਝੜ ਬਹਾਰ ਦੀ ਰੁੱਤ ਹੈ। ਇਸ ਤਰ੍ਹਾਂ ਇਹ ਉਸ ਨੇ ਨਿਯਮ ਨਾਲ ਇਹ ਸਾਰਾ ਕੁਝ ਚਲਾਇਆ ਹੋਇਆ, ਇਹ ਉਹਦੇ ਹੁਕਮ ਵਿੱਚ ਹੀ ਚੱਲ ਰਿਹਾ। ਪੈ ਵਿੱਚ ਸੂਰਜ, ਪੈ ਵਿੱਚ ਚੰਦ, ਉਹ ਕਰੋੜੀ ਚਲਤ ਨਾਥ। ਇਹ ਜਿੰਨੇ ਗ੍ਰਹਿ ਵਗੈਰਾ ਇਹ ਵੀ ਉਹਦੇ ਪੈ ਹੁਕਮ ਵਿੱਚ ਹੀ ਹੈ। ਔਰ ਕਰੋੜਾਂ ਮੀਲਾਂ ਦਾ ਉਹ ਸਫ਼ਰ ਕਿਸ ਤਰ੍ਹਾਂ ਇਸ ਚੱਕਰ ਨੂੰ ਪੂਰਾ ਕਰਦੇ ਆ, ਇਹ ਸਾਰਾ ਨਿਯਮ ਵਿਧਾਨ ਬਣਾਇਆ। ਇਹ ਜਿਹੜੇ ਸਿਆਣੇ ਪੁਰਖ ਸੀਗੇ, ਇਨਸਾਨ ਨੂੰ ਵੈਸੇ ਤਾਂ ਪ੍ਰੇਰਨਾ ਦਿੱਤੀ ਰੋਜ਼ਾਨਾ ਹੀ ਸਤਸੰਗ ਵਗੈਰਾ ਕੀਤਾ ਜਾਏ, ਧਰਮ ਸ਼ਾਸਤਰਾਂ ਦੀ ਬਾਣੀ ਦੀ ਵਿਚਾਰ ਜਿਹੜੇ ਆ ਉਹ ਸਿਆਣੇ ਪੁਰਸ਼ਾਂ ਤੋਂ ਪ੍ਰਾਪਤ ਕੀਤੀ ਜਾਏ। ਜੇ ਪੜ੍ਹਾਈ ਕੀਤੀ ਜਾਏ ਫਿਰ ਤਾਂ ਚੰਗੀ ਗੱਲ ਹੈ, ਤੇ ਨਹੀਂ ਸਰੋਤੇ ਬਣ ਕੇ ਸੁਣਿਆ ਜਾਏ, ਉਹਦੇ 'ਚ ਵੀ ਕਾਫੀ ਲਾਭ ਪ੍ਰਾਪਤ ਹੋ ਜਾਂਦਾ ਹੈ। ਔਰ 8 ਪੈਰ, ਇਹਨਾਂ ਪੈਰਾਂ 'ਚੋਂ ਇੱਕ ਪੈਰ ਸੰਗਤ ਕਰਨੀ। ਸਤੀ ਪੈਰੀ ਸਤ ਭਲਾ ਬਹੀਐ ਪੜਿਆ ਪਾਠ, ਉਥੈ ਪਾਪਨ ਵਿਚਾਰੀਏ ਕੂੜੇ ਘਟੇ ਰਾਸ। ਕੂੜ ਦੀ ਰਾਸ਼ੀ ਘਟ ਜਾਏ। 8 ਪੈਰ ਆ, 7 ਪੈਰਾਂ ਦੇ ਵਿੱਚ ਕੁਝ ਕਾਰੋਬਾਰ ਦੇ ਆ, ਕੁਝ ਸੌਣ ਵਗੈਰਾ ਹੋਰ ਕਿਰਿਆਵਾਂ ਹੈਗੀਆਂ। ਇੱਕ ਜਿਹੜਾ ਪੈਰ ਆ ਉਹ ਸੰਗਤ ਦੇ ਵਿੱਚ ਬਤੀਤ ਕੀਤਾ ਜਾਏ। ਇਸ ਵਾਸਤੇ ਫਿਰ ਇਸ ਤਰ੍ਹਾਂ ਦੇ ਨਿਯਮ ਸਿਆਣਿਆਂ ਨੇ ਬਣਾਏ। ਜਿਹੜੇ ਦਾ ਰੋਜ਼ਾਨਾ ਆਉਂਦੇ ਆ ਉਹ ਫਿਰ ਬਹੁਤ ਚੰਗੀ ਗੱਲ ਹੈ। ਕਈ ਲੋਕ ਰੋਜ਼ਾਨਾ ਨਹੀਂ ਆਉਂਦੇ, ਉਹਨਾਂ ਦਾ ਵੀ ਉਹ ਭਲਾ ਕਰਨਾ ਸੋਚਦੇ ਆ। ਉਹਨਾਂ ਨੂੰ ਹੁੰਦਾ ਵੀ ਤੁਸੀਂ ਸੰਗਰਾਂਦ ਵਾਲੇ ਦਿਨ ਆ ਜਾਇਓ, ਅਮਾਵਸ, ਪੁੰਨਿਆ ਜਾਂ ਇਕਾਦਸ਼ੀ ਵਗੈਰਾ। ਅਤੇ ਇਸੇ ਤਰ੍ਹਾਂ ਮੁਸਲਮਾਨ ਉਹ ਜੁਮੇ ਵਗੈਰਾ ਦਾ ਦਿਨ, ਈਸਾਈ ਐਤਵਾਰ ਦਾ ਹੀ ਗਿਰਜਿਆਂ ਵਗੈਰਾ ਜਾਣ ਜੁਣ ਦਾ ਰੱਖਦੇ ਆ। ਗੁਰੂ ਘਰ ਦੇ ਵਿੱਚ ਰੋਜ਼ਾਨਾ ਹੀ ਸੰਗਤ ਕਰਨ ਦਾ ਉਪਦੇਸ਼ ਹੈ। ਜਿਹੜੇ ਕਿ ਨਹੀਂ ਰੋਜ਼ਾਨਾ, ਉਹਨਾਂ ਲਈ ਹੈ ਕਿ ਚਲੋ ਮਹੀਨੇ 'ਚ ਤੁਸੀਂ 3-4 ਦਿਨ ਜ਼ਰੂਰ ਆਓ।
ਜਾਂ ਕੋਈ ਗੁਰਪੁਰਬ ਵਗੈਰਾ ਹੈਗਾ, ਉਹ ਫਿਰ ਜਦੋਂ ਮਹੀਨੇ 'ਚ 4 ਦਿਨ ਹੀ ਕੱਢਣਗੇ, ਉਹਨਾਂ ਦੇ ਪੁੰਨ ਕਰਮ ਬਣਨਗੇ। ਕਥਾ ਕੀਰਤਨ ਸੁਣਨਗੇ ਜਾਂ ਕੋਈ ਸੇਵਾ ਵਗੈਰਾ ਜਾਂ ਕੋਈ ਪੁੰਨਦਾਨ ਵਗੈਰਾ, ਇਹਦੇ ਨਾਲ ਫਿਰ ਉਹਨਾਂ ਦਾ ਇਹ ਕਰਮ ਜਿਹੜਾ ਬਣੇਗਾ। ਫਿਰ ਹੌਲੀ ਹੌਲੀ ਪਾਪ ਕਰਮਾਂ ਦੀ ਰਾਸ਼ੀ ਘਟੇਗੀ ਔਰ ਉਤਸ਼ਾਹ ਬਣ ਜਾਏਗਾ ਕਿ 4 ਦਿਨ ਹੀ ਜਾਂਦੇ ਸੀ ਤੇ ਬੜਾ ਸੁੱਖ ਹੋਇਆ, ਕਿਉਂ ਨਾ ਰੋਜ਼ਾਨਾ ਹੀ ਸੰਗਤ 'ਚ ਜਾਇਆ ਜਾਏ। ਫਿਰ ਹੌਲੀ ਹੌਲੀ ਉਹ ਮਨ ਉਤਸ਼ਾਹ ਫੜ ਜਾਂਦਾ। ਜਿਵੇਂ ਹੁਣ ਸਕੂਲਾਂ 'ਚ ਬੱਚੇ ਹੁੰਦੇ ਆ, ਪਹਿਲਾਂ ਬੜੀ ਅੜੀ ਜਿਹੀ ਕਰਦੇ ਆ, ਕਿ ਉਹਨਾਂ ਨੂੰ ਕੋਈ ਖਾਣ ਪੀਣ ਦਾ ਲਾਲਚ ਦੇ ਦਿੱਤਾ ਔਰ ਫਿਰ ਉਹ ਪਿਓ ਆਪ ਲੈ ਜਾਂਦਾ। ਜਦੋਂ ਫਿਰ ਉਹ ਟੀਚਰਾਂ ਨਾਲ ਵੀ, ਉਸਤਾਦਾਂ ਨਾਲ, ਵਿਦਿਆਰਥੀਆਂ ਨਾਲ ਪ੍ਰੇਮ ਪੈ ਜਾਏ, ਵਿੱਦਿਆ ਦਾ ਰਸ ਹੋਣ ਲੱਗ ਜਾਏ, ਫਿਰ ਉਹ ਆਪੇ ਹੀ ਜਾਣ ਲੱਗ ਜਾਂਦਾ। ਇਸ ਤਰ੍ਹਾਂ ਸੰਗਤ 'ਚ ਵੀ ਕਈ ਵਾਰੀ ਚੰਗੇ ਪੁਰਸ਼ਾਂ ਦੀ ਪ੍ਰੇਰਨਾ ਨਾਲ ਜਾਂਦਾ। ਫਿਰ ਆ ਜੋੜ ਮੇਲਿਆਂ 'ਤੇ ਫਿਰ ਉਹ ਸਮਝਦਾ ਵੀ ਇੱਥੇ ਤਾਂ ਬੜਾ ਆਨੰਦ ਹੈ, ਸ਼ਾਂਤੀ ਹੈ। ਫਿਰ ਆਪਣੇ ਆਪ ਹੀ ਉਤਸ਼ਾਹ ਹੋ ਜਾਂਦਾ, ਲੋਕ ਲਾਜ ਵੀ ਹਟ ਜਾਂਦੀ ਹੈ। ਫਿਰ ਉਹ ਨਿੰਦਕਾਨੀਆਂ ਗੱਲਾਂ ਦੀ ਵੀ ਪਰਵਾਹ ਨਹੀਂ ਕਰਦਾ ਵੀ ਕੋਈ ਲੋਕ ਕੀ ਕਹਿਣਗੇ। ਗੁਰਦੁਆਰੇ ਜਾਂਦਾ, ਕਿਉਂਕਿ ਜਿਹੜੇ ਟੁਚਰਵਾਦੀ ਤਰਕਵਾਦੀ ਲੋਕ ਆ, ਉਹ ਕੋਈ ਨਾ ਕੋਈ ਬਕਵਾਸ ਕਰਦੇ ਹੀ ਰਹਿੰਦੇ, ਉਹਨਾਂ ਦੀ ਫਿਰ ਉਹ ਪਰਵਾਹ ਨਹੀਂ ਕਰਦਾ। ਫਿਰ ਉਹ ਜਿਹੜਾ ਧਰਮ ਦਾ, ਗੁਰਸਿੱਖੀ, ਗੁਰਮਤਿ ਦਾ ਮਾਰਗ, ਨਾਮ ਬਾਣੀ, ਅੰਮ੍ਰਿਤ ਛਕਣਾ ਛਕਾਉਣਾ, ਫਿਰ ਨਿੰਦਕਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ, ਉਹਨਾਂ ਤੋਂ ਉੱਪਰ ਉੱਠ ਜਾਂਦਾ, ਬੇਪਰਵਾਹ ਹੋ ਜਾਂਦਾ। ਉਹਨੂੰ ਫਿਰ ਰਸ ਪੈ ਜਾਂਦਾ। ਜਿਹੜੇ ਫਿਰ ਉਸ ਰਸ ਵਿੱਚ ਰਸ ਗਏ, ਕਈ ਵਾਰੀ ਰਾਜਨੀਤਿਕ ਲੋਕਾਂ ਨੇ, ਸਮਾਜਿਕ ਲੋਕਾਂ ਨੇ ਬੜੇ ਉਹਨਾਂ ਦੇ ਜ਼ੁਲਮ ਢਾਏ। ਲਓ ਜੀ, ਇਹਨੂੰ ਸਮਾਜ ਵਿੱਚੋਂ ਛੇਕ ਦਿਓ, ਇਹ ਇਕੱਲਾ ਹੀ ਆਪਣੀ ਮਨਮਰਜ਼ੀ ਨਾਲ ਫਿਰ ਰਿਹਾ। ਔਰ ਰਾਜਨੀਤਿਕ ਬੰਦੇ ਵੀ ਆਪਣੇ ਰਾਹ ਵਿੱਚ ਰੋੜਾ ਸਮਝਦੇ ਆ। ਫਿਰ ਉਹ ਜ਼ੋਰ, ਜ਼ੁਲਮ, ਲਾਲਚ ਵਗੈਰਾ ਕਈ ਤਰ੍ਹਾਂ ਦੇ ਹਥਿਆਰ ਵਰਤਦੇ ਆ। ਪਰ ਜਿਹੜੇ ਉਹ ਫਿਰ ਧਰਮੀ ਮਨੁੱਖ ਆ, ਭਾਵੇਂ ਬੰਦ ਕੱਟਿਆ ਜਾਏ, ਆਰਾ ਵਗੈਰਾ ਫਿਰੇ, ਜ਼ਬੂਰਾਂ ਨਾਲ ਮਾਸ ਨੋਚੇ ਜਾਣ, ਚਰਖੜੀਆਂ ਦੇ ਤੂੰਬੇ ਹੋ ਜਾਣ, ਉਹ ਕਹਿੰਦੇ ਇੱਕ ਦਿਨ ਮਰਨਾ ਤਾਂ ਹੈ ਹੀ। ਫਿਰ ਅਸੂਲ ਵਿੱਚ ਰਹਿ ਕੇ, ਧਰਮ ਵਿੱਚ, ਗੁਰਮਤਿ ਅਸੂਲਾਂ 'ਚ ਪਰਪੱਕ ਰਹਿ ਕੇ ਸ਼ਹੀਦੀ ਵੀ ਦਿੱਤੀ ਜਾਏ, ਉਹ ਮੌਤ ਸਫਲ ਹੈ। ਮਰਨ ਮਨਸਾ ਸੂਰਿਆ ਹੱਕ ਹੈ, ਜੇ ਹੋਏ ਮਰੈ ਪ੍ਰਵਾਣੂ। ਇਹ ਮਰਨਾ ਪ੍ਰਵਾਨ ਆ। ਅਬ ਤੇਰੇ ਲੋਕ ਲਾਈਨਾਂ ਰੇਲਾਂ ਥੱਲੇ ਸਿਰ ਦੇ ਮਰਦੇ, ਫਾਹੇ ਲੈਂਦੇ, ਜ਼ਹਿਰਾਂ ਫੱਕ ਕੇ ਮਰਦੇ ਆ, ਡੁੱਬ ਕੇ ਮਰਦੇ ਆ। ਤੇਲ ਪਾ ਲਿਆ, ਮਿੱਟੀ ਦਾ ਉਗਲਾ ਲਈ, ਇਹ ਮਰਨਾ ਕੋਈ ਪ੍ਰਵਾਨ ਥੋੜ੍ਹੀ ਹੈ, ਆਤਮਘਾਤ ਹੈ। ਆਤਮਘਾਤੀ ਜਗਤ ਕਸਾਈ, ਉਹ ਮਰ ਕੇ ਵੇ ਪ੍ਰੇਤ, ਪਿੰਜਰ ਮੈਂ ਕਸ਼ਟ ਘਨੇਰੇ। ਭੈੜੀਆਂ ਜੂਨਾਂ 'ਚ ਜਾਂਦੇ ਆ, ਰੂਹਾਂ ਤੜਫਦੀਆਂ, ਦੂਆਂ ਨੂੰ ਵੀ ਤੜਫਾਉਂਦੇ ਆ। ਪਰ ਜਿਹੜੇ ਗੁਰਮੁਖ ਪਿਆਰੇ,
ਉਹਨਾਂ ਦਾ ਰਸਤਾ ਬੜਾ ਸਾਫ ਸੁਥਰਾ ਸਿੱਧਾ, ਜੋ ਗੁਰੂ ਕੀ ਮਰਜ਼ਾਦਾ ਉਹਦੇ ਅਨੁਸਾਰ ਉਹ ਚੱਲਦੇ ਚਲਾਉਂਦੇ ਆ। ਸੋ ਇਸ ਤਰ੍ਹਾਂ ਇਹ ਸੰਗਤ ਵਿੱਚ ਆ ਕੇ ਇਸ ਤਰ੍ਹਾਂ ਦੀਆਂ ਜਿਹੜੀਆਂ ਵਿਚਾਰਾਂ ਪ੍ਰਾਪਤ ਹੁੰਦੀਆਂ। ਸੋ ਅੱਜ ਇਹ ਫੱਗਣ ਦੀ ਸੰਗਰਾਂਦ ਦਾ ਦਿਨ ਹੈ। ਕਲਯੁਗ ਦਾ ਹੁਣ ਪ੍ਰਭਾਵ ਬੜਾ, ਇੱਕ ਚੈਨਲਾਂ ਚੁਨਲਾਂ 'ਤੇ ਪ੍ਰੋਗਰਾਮ ਬੜੇ ਚੱਲਦੇ ਆ, ਟੈਲੀਵਿਜ਼ਨ ਹੁਣ ਤਾਂ ਜੇਬ 'ਚ ਹੀ ਆ, ਮੋਬਾਈਲ ਪਾਈ ਫਿਰਦੇ ਆ। ਇਹਨਾਂ ਦਾ ਦੇਖਣਾ ਦਿਖਾਉਣਾ ਜਿਹਾ ਕਾਫੀ ਬਣ ਗਿਆ। ਅਤੇ ਜਾਂ ਧਾਰਮਿਕ ਸਥਾਨਾਂ ਤੋਂ ਵੀ ਇਸ ਤਰ੍ਹਾਂ ਚੈਨਲਾਂ 'ਤੇ ਕੀਰਤਨ ਕਥਾ ਆਉਂਦੀਆਂ। ਬੰਦੇ ਦੀ ਦਰਿਦਰਤਾ ਗਈ ਬਹੁਤ ਹੈ। ਔਰ ਫਿਰ ਉਹ ਕਹਿੰਦਾ ਲੈ ਗੁਰਦੁਆਰੇ ਕੀ ਜਾਣਾ, ਇੱਥੇ ਹੀ ਸੁਣਾ ਲੈਂਦੇ ਹਾਂ। ਸੁਣਿਆ ਸੁਣਾਇਆ ਜਾਏਗਾ, ਜਿਹੜੇ ਨੇਤਰਾਂ ਨਾਲ ਦਰਸ਼ਨ ਉਹ ਨਹੀਂ। ਪੈਰਾਂ ਨਾਲ ਚੱਲ ਕੇ ਜਾਣਾ, ਕਦਮ ਸਫਲ ਹੋਣੇ ਉਹ ਵੀ ਨਹੀਂ। ਗੁਰੂ ਘਰ ਜਾਣ ਦਾ ਜਿਹੜਾ ਖਿਆਲ ਭਾਵਨਾ ਉਹ ਵੀ ਪੂਰੀ ਨਹੀਂ ਹੁੰਦੀ। ਮਹਾਰਾਜ ਦੇ ਸਾਖਿਆਤ ਦਰਸ਼ਨ ਸੰਗਤ ਦੇ ਉਹ ਵੀ ਨਹੀਂ। ਕੋਈ ਭੇਟਾ ਵਗੈਰਾ ਅਰਪਣ ਕਰਨੀ ਉਹ ਵੀ ਨਹੀਂ ਹੋ ਸਕਦੀ। ਫਿਰ ਨਮਸਕਾਰ ਵਗੈਰਾ ਕਰਨੀ, ਸੀਸ ਦਾ ਝੁਕਾਉਣਾ, ਰੇਖਾ ਦਾ ਬਦਲਣਾ, ਫਿਰ ਸੰਗਤ ਵਿੱਚ ਆ ਕੇ ਕੋਈ ਸੇਵਾ ਸਿਮਰਨ ਵਗੈਰਾ ਕਰਨਾ, ਆਪਣੀਆਂ ਇੰਦਰੀਆਂ ਨੂੰ ਕਾਬੂ ਕਰਕੇ ਸੰਗਤ 'ਚ ਬੈਠਣਾ, ਇਹ ਵੀ ਘਰ ਬੈਠਿਆਂ ਨਹੀਂ ਹੋਣਾ। ਉੱਥੇ ਕੋਈ ਸੋਵੇ 'ਤੇ ਬੈਠਾ ਲਟਿਆ ਟੈਲੀਵਿਜ਼ਨ ਦੇਖੀ ਜਾਂਦਾ, ਇਹ ਲਾਭ ਨਹੀਂ ਹੋਣੇ। ਫਿਰ ਜਿਵੇਂ ਸਕੂਲ ਕਾਲਜ ਵਿੱਚ ਟੀਚਰ ਦੇ ਸਾਹਮਣੇ ਬਹਿ ਕੇ ਕੋਈ ਵਿਦਿਆ ਵਿਚਾਰ ਮਿਲਦੀ ਹੈ, ਪ੍ਰਸ਼ਨ ਦਾ ਕੋਈ ਸ਼ੰਕੇ ਦਾ ਉੱਤਰ ਵਗੈਰਾ, ਉਹ ਵੀ ਘਰ ਬੈਠਿਆਂ ਨਹੀਂ ਹੋਣਾ। ਹੋਰ ਵੀ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਵਿਚਾਰਾਂ ਹੈਗੀਆਂ, ਜਿਹੜੇ ਲੋਕ ਲਓ ਜੀ ਅਸੀਂ ਇੱਥੇ ਹੀ ਸੁਣੀ ਜਾਂਦੇ ਹਾਂ, ਉਹਨਾਂ ਦੇ ਪ੍ਰਸ਼ਨਾਂ ਦਾ ਇਹ ਉੱਤਰ ਆ। ਇਸ ਕਰਕੇ ਸੰਗਤ ਵਿੱਚ ਜਿਹੜਾ ਆਉਣਾ ਉਹਦਾ ਫਲ ਵੱਖਰਾ ਹੈ। ਉਵੇਂ ਜਿਹੜਾ ਸੁਣਨਾ ਸੁਣਾਉਣਾ, ਮਾੜੀਆਂ ਗੱਲਾਂ ਸੁਣਨੇ ਨੂੰ ਹੈ ਤੇ ਚੰਗਾ, ਪਰ ਜਿਹੜੇ ਬਾਕੀ ਲਾਭ ਉਹ ਘਰ ਬੈਠਿਆਂ ਨਹੀਂ ਮਿਲਣੇ, ਉਹ ਸੰਗਤ ਵਿੱਚ ਆ ਕੇ ਹੀ ਪ੍ਰਾਪਤ ਹੋਣੇ ਆ। ਇਸ ਵਾਸਤੇ ਸੰਗਤ ਕਰਨ ਦਾ ਮਹਾਰਾਜ ਨੇ ਇਹ ਉਪਦੇਸ਼ ਦਿੱਤਾ। ਅੱਜ ਕੱਲ੍ਹ ਹੁਣ ਕਈ ਚਲੋ ਗੁਰਦੁਆਰੇ ਜਾਵਾਂਗੇ, ਉਹ ਘਰਾਂ 'ਚ ਹੀ ਮਹਾਰਾਜ ਪ੍ਰਕਾਸ਼ ਕਰ ਲੈ, ਵੀ ਲਓ ਇੱਥੇ ਕਰ ਲੈਂਦੇ ਹਾਂ। ਅਤੇ ਜਾਂ ਫਿਰ ਅਸੀਂ ਜੀ ਸਹਿਜ ਪਾਠ ਕਰ ਲੈਂਦੇ ਹਾਂ। ਸਹਿਜ ਪਾਠ ਤਾਂ ਕਰ ਲਿਆ, ਸੰਥਿਆ ਕੀਤੀ ਹੈ, ਜਿੰਨਾ ਚਿਰ ਸੰਥਿਆ ਹੀ ਨਹੀਂ ਕੀਤੀ ਫਿਰ ਸਹਿਜ ਪਾਠ ਕਿਵੇਂ ਕਰਾਂਗੇ। ਆਪਣੀ ਮਰਜ਼ੀ ਨਾਲ ਗਲਤ ਮਲਤ ਪੜ੍ਹੀ ਜਾਣਾ, ਇਹ ਵੀ ਠੀਕ ਨਹੀਂ। ਪਹਿਲਾਂ ਸੰਥਿਆ ਤੂੰ ਜਪਜੀ ਸਾਹਿਬ ਦੀ ਨਹੀਂ ਕੀਤੀ, ਸਹਿਜ ਪਾਠ ਨੂੰ ਪਹਿਲਾਂ ਹੀ ਤੁਰ ਪਿਆ। ਹੁਣ ਅੱਜ ਕੱਲ੍ਹ ਹਾਲ ਇਹ ਹੈ, ਨਾ ਤਾਂ ਸਕੂਲ ਜਾਣਾ, ਨਾ ਕੋਈ ਕਲਾਸ ਅਟੈਂਡ ਕਰਨੀ, ਨਾ ਕੋਈ ਇਮਤਿਹਾਨ ਦੇਣਾ, ਨਾ ਕਿਸੇ ਡਿਗਰੀ ਡਿਪਲੋਮੇ ਦੀ ਲੋੜ ਆ। ਸਿੱਧਾ ਹੀ ਕੁਰਸੀ 'ਤੇ ਬਹਿ ਕੇ ਟੀਚਰ ਬਣ ਜਾਂਦੇ ਆ।
ਇਹ ਅੱਜ ਲੋਕਾਂ ਦਾ ਇਸ ਤਰ੍ਹਾਂ ਦਾ ਵਾਤਾਵਰਨ ਬਣਿਆ ਹੈ। ਦੁਨਿਆਵੀ ਤੌਰ 'ਤੇ ਵੀ ਐਸਾ ਨਹੀਂ, ਕਿੰਨਾ ਕਿੰਨਾ ਸਮਾਂ ਦੇਸਾਂ ਪ੍ਰਦੇਸਾਂ ਧੱਕੇ ਖਾ ਕੇ ਵਿਦਿਆ ਵਿਚਾਰ ਲੱਖਾਂ ਰੁਪਏ ਗਾਲਦੇ ਆ, ਸਮਾਂ ਵੀ ਦਿੰਦੇ ਆ, ਫਿਰ ਕੋਈ ਡਿਗਰੀ ਡਿਪਲੋਮਾ ਬੜੀ ਮਿਹਨਤ ਨਾਲ ਮਿਲਦਾ, ਫਿਰ ਕਿਸੇ ਕੁਰਸੀ 'ਤੇ ਬਹਿਣ ਦੇ ਕਾਬਲ ਬਣਦਾ। ਪਰ ਗੁਰੂ ਘਰ ਵਿੱਚ ਕੋਈ ਹੁਣੇ ਨਿਯਮੇ ਨਹੀਂ ਲੋਕਾਂ ਦੇ ਰਹਿਣ ਦਿੱਤੇ, ਆਪੇ ਹੀ ਖੁਦਾ ਬਣੇ ਬੈਠੇ ਆ, ਆਪੇ ਟੀਚਰ ਬਣ ਗਿਆ। ਕੋਈ ਸਿਲੇਬਸ, ਕੋਈ ਇਮਤਿਹਾਨ, ਕੋਈ ਪੜ੍ਹਾਈ ਨਹੀਂ ਕੀਤੀ। ਗੁਰੂ ਘਰ ਦੀ ਵੀ ਪੜ੍ਹਾਈ ਹੈ, ਪਰ ਸਿੱਧਾ ਹੀ ਬਣ ਜਾਂਦੇ ਆ। ਇੱਕ ਇਲੈਕਸ਼ਨਾਂ ਵਗੈਰਾ ਚੱਲ ਪਈਆਂ, ਇੱਧਰ ਫਿਰ ਲੋੜ ਹੀ ਨਹੀਂ। ਜਿਹਦੇ ਮਗਰ ਜ਼ਿਆਦਾ ਬੰਦੇ ਆ ਉਹ ਫਿਰ ਆਪਣੀ ਮਰਜ਼ੀ ਨਾਲ ਬੰਦੇ ਚੁਣੀ ਜਾਂਦੇ ਆ। ਪਰ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਇਲੈਕਸ਼ਨਾਂ ਲੂਕਸ਼ਨਾਂ ਨਹੀਂ, ਇੱਥੇ ਸਿਲੈਕਸ਼ਨ ਸੀ। ਜਿਹੜਾ ਪ੍ਰੀਖਿਆ 'ਚ ਪਾਸ ਹੋਇਆ ਉਹਨੂੰ ਗੁਰੂ ਘਰ ਦੀ ਬਖਸ਼ਿਸ਼ ਮਿਲਦੀ ਮਿਲਾਉਂਦੀ ਸੀ। ਹੁਣ ਇਹ ਗੁਰੂ ਘਰਾਂ 'ਚ ਵੀ ਇਲੈਕਸ਼ਨ ਆ ਕੇ ਵੜ ਗਈਆਂ ਤੇ ਬਹੁਤੇ ਬੰਦੇ ਮੂਰਖ ਹੁੰਦੇ ਆ, ਤੇ ਮੂਰਖ ਸਿਆਣੇ ਬੰਦੇ ਨੂੰ ਕਿੱਥੋਂ ਚੁਣਨਗੇ? ਮੂਰਖਾਂ ਦਾ ਟੋਲਾ ਮੋਹਰੇ ਆ ਗਿਆ, ਉਹਨੇ ਕੰਮ ਮੂਰਖਾਂ ਦੇ ਕਰਨਾ, ਕੋਈ ਚੰਗੇ ਥੋੜ੍ਹੀ ਕਰਨਾ। ਹੁਣ ਮਹਾਰਾਜ ਨੇ ਪਹਿਲੇ ਪਾਤਸ਼ਾਹ ਨੇ ਵੀ ਸਿਲੈਕਸ਼ਨ ਕੀਤੀ, ਉਹਨਾਂ ਦੇ ਪੁੱਤਰ ਦੇਖੋ ਕਿਹੜੇ ਕਿਹੜੇ ਕਰਾਮਾਤੀ ਸੀ, ਸੰਦੇਹ ਹੀ ਚਲੇ ਗਏ। ਪਰ ਇਮਤਿਹਾਨ ਦੇ ਵਿੱਚ ਜਿਹੜੀ ਸ਼ਬਦ ਦੀ ਪੜ੍ਹਾਈ ਸੀ, ਲੈਣਾ ਪਾਸ ਹੋਇਆ। ਕਿਹੜੇ ਕਿਹੜੇ ਕਰਾਮਾਤੀ ਪੁੱਤਰ ਸੀਗੇ, ਸੰਦੇਹ ਹੀ ਚੱਲ ਗਿਆ ਦੁਨੀਆ ਤੋਂ। ਪਰ ਜਿਹੜਾ ਗੁਰਮਨ ਦੀ ਪੜ੍ਹਾਈ ਭਾਈ ਲਹਿਣਾ ਗੁਰੂ ਅੰਗਦ ਸਾਹਿਬ ਜੀ ਪਾਸ ਹੋਏ, ਬਾਕੀ ਗੁਰੂ ਸਾਹਿਬਾਂ ਦਾ ਦੇਖ ਲਓ। ਫਿਰ 10ਵੇਂ ਗੁਰੂ ਜੀ ਨੇ ਤਾਂ ਪਰਚਾ ਜ਼ਿਆਦਾ ਹੀ ਕਠਿਨ ਪਾਇਆ। 5 ਸਿੱਖਾਂ ਦੇ ਸਿਰਾਂ ਦੀ ਲੋੜ ਹੈ। ਉੱਥੇ ਦਾ ਫਿਰ ਭਾਈ ਦਇਆ ਸਿੰਘ, ਧਰਮ ਸਿੰਘ, ਮੋਹਕਮ ਸਿੰਘ, ਹਿੰਮਤ ਸਿੰਘ, ਸਾਹਿਬ ਸਿੰਘ ਹੀ ਨਿਕਲੇ। ਇਕੱਠ ਤਾਂ ਬਹੁਤ ਵੱਡਾ ਸੀ, 85,000 ਦਾ ਸੀ। ਤੇ ਜੇ ਇਲੈਕਸ਼ਨ ਕਰਦੇ, ਇਹ ਤਾਂ ਘੋਣ ਮੋਹਨ ਬਹੁਤ ਵੱਡੀ ਬੋਦੀ ਜਿਹੜੀ ਸੀ ਧੌਣ ਤੇ ਲਟਕਦੀ ਹੁੰਦੀ, ਉਹ ਆ ਜਾਂਦਾ ਵਿੱਚ। ਫਿਰ ਭਾਈ ਦਇਆ ਸਿੰਘ ਨੂੰ ਨੰਬਰ ਕਿੱਥੋਂ ਲੱਗਣਾ ਸੀ? ਪਰ ਉਹ ਖੜੇ ਸੀ ਹੁਣ ਨੰਗੀ ਸ੍ਰੀ ਸਾਹਿਬ ਲੈ ਕੇ, ਇਹ ਚੰਡੀ ਖੂਨ ਦੀ ਪਿਆਸੀ ਹੈ, 5 ਸਿੱਖਾਂ ਦੇ ਸਿਰ ਮੰਗਦੀ ਹੈ। ਤੇ ਹੁਣ ਕਈ ਕਰਦੇ ਬੁਰਾ ਹਾਲ ਹੋ ਗਿਆ ਨਾ, ਕਈ ਦਾ ਫਿਰ ਭੱਜੇ ਮਾਤਾ ਜੀ ਕੋ, ਮਾਤਾ ਜੀ ਆਪਣੇ ਸਾਹਿਬਜ਼ਾਦੇ ਨੂੰ ਸਮਝਾਓ, ਆਹ ਗੱਲ ਹੋ ਗਈ। ਉਹ ਤਾਂ ਹੁਣ ਸਿਰ ਵੱਢਣ ਲੱਗ ਪਿਆ, ਚੰਡੀ ਪੁੱਠੀ ਪੈ ਗਈ ਹੈ। ਮਹਾਰਾਜ ਕਹਿੰਦੇ ਮਸੰਦੋ, ਕਿਸੇ ਦਿਨ ਚੰਡੀ ਤੁਹਾਨੂੰ ਵੀ ਪੁੱਠੀ ਪੈਣੀ ਹੈ। ਫਿਰ ਪਈ ਵੀ ਕਿਸੇ ਟਾਈਮ, ਜਿਹੜੇ ਸਜ਼ਾਵਾਂ ਦਿੱਤੀਆਂ। ਇਸ ਵਾਸਤੇ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਇਲੈਕਸ਼ਨਾਂ ਨਹੀਂ, ਸਿਲੈਕਸ਼ਨ ਹੈ। ਜਿਹੜਾ ਸਿਲੈਕਟ ਹੋ ਗਿਆ, ਪਾਸ ਹੋ ਗਿਆ, ਉਹਨੂੰ ਵਡਿਆਈ ਮਿਲੀ ਹੈ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵਿਆ ਗੁਣੀ ਨਿਧਾਨ। ਇਹ ਅਸਾਈਆਂ ਵਾਂਗ ਨਹੀਂ, ਫਲਾਣੇ ਨੂੰ ਜੀ ਸੰਤ ਦੀ ਡਿਗਰੀ ਦੇ ਦਿੱਤੀ। ਅੱਜ ਵੀ ਕਈਆਂ ਨੇ ਸੰਸਥਾਵਾਂ ਖੋਲ੍ਹੀਆਂ ਹੋਈਆਂ, ਉਹ ਬ੍ਰਹਮ ਗਿਆਨ ਦੀਆਂ ਡਿਗਰੀਆਂ ਦੇ ਰਿਹਾ। ਇਹ ਡਿਗਰੀਆਂ ਨਹੀਂ, ਇਹ ਤਾਂ ਕਮਾਈ ਕਰਕੇ, ਗੁਰੂ ਘਰ ਦੀ ਪ੍ਰੀਖਿਆ ਪਾਸ ਕਰਕੇ ਜਿਹੜੇ ਗੁਰੂ ਕੀ ਬਖਸ਼ਿਸ਼ ਦੇ ਪਾਤਰ ਬਣੇ, ਉਹਨਾਂ ਨੂੰ ਮਿਲਦੀ ਹੈ। ਇਹ ਨਹੀਂ ਉਹ ਚੀਜ਼ਾਂ ਮਿਲਣ ਵਾਲੀਆਂ। ਇਹ ਦੁਨਿਆਵੀ ਡਿਗਰੀਆਂ ਵਾਂਗ ਡਿਗਰੀਆਂ ਨਹੀਂ ਹੈਗੀਆਂ। ਇਹ ਤਾਂ ਰੂਹਾਨੀਅਤ ਦੀ ਬਖਸ਼ਿਸ਼ ਹੈ।
ਜਿਨ੍ਹਾਂ ਨੇ ਘਾਲ ਕਰ ਲਈ, ਸੇਵਾ ਕੀਤੀ, ਸ਼ਬਦ ਦੀ ਕਮਾਈ ਕੀਤੀ, ਗੁਰੂ ਕੇ ਬਚਨ ਦੀ ਕਸਵੱਟੀ 'ਚ ਪੂਰੇ ਉਤਰੇ, ਉਹਨਾਂ ਨੂੰ ਇਹ ਬਖਸ਼ਾਂ ਮਿਲੀਆਂ। ਭਾਈ ਮਾਈ ਤਾਂ 84 ਪਿੰਡਾਂ ਦਾ ਚੌਧਰੀ ਸੀ, ਮਾਇਆ ਦਾ ਗੱਫਾ ਖੁੱਲ੍ਹਾ ਚੜਾ ਸਕਦਾ ਸੀ ਗੁਰੂ ਘਰ ਵਿੱਚ। ਜੇ ਮਾਇਆ ਦੇ ਜ਼ੋਰ ਨਾਲ ਸਿੱਖੀ ਮਿਲ ਜਾਂਦੀ ਤੇ ਫਿਰ ਲੈ ਲੈਣੀ ਸੀ, ਤੇ ਜੇ ਚਿਤਰਾਈ ਨਾ ਮਿਲਦੀ ਹੁੰਦੀ ਫਿਰ ਵਰਗਾ ਚੁਸਤ ਚਲਾਕ ਬੰਦਾ ਵੀ ਆਮ ਨਹੀਂ ਹੁੰਦਾ। ਤੇ ਜ਼ੋਰ ਅਜਮਾਈ ਨਾ ਮਿਲਦੀ ਤੇ ਧੀਰਮਲ ਨੇ ਥੋੜ੍ਹਾ ਜ਼ੋਰ ਕੀਤਾ, ਗੋਲੀਆਂ ਵੀ ਚਲਾਈਆਂ। ਜ਼ੋਰ ਅਜਮਾਈ ਨਾਲ ਵੀ ਮਿਲਣ ਵਾਲੀ ਹੈ ਨਹੀਂ ਇਹ। ਜੇ ਸਰਕਾਰੀ ਬਲ ਨਾ ਮਿਲਦੀ, ਰਾਮ ਰਾਏ ਨੇ ਆਪਣੀ ਕਰਾਮਾਤਾਂ ਨਾਲ ਔਰੰਗਜ਼ੇਬ ਝੁਕਾਇਆ ਹੋਇਆ ਸੀ। ਆਪ ਉੱਚੇ ਥਾਂ ਬੈਠਾ ਸੀ, ਔਰੰਗਜ਼ੇਬ ਨੀਵੇਂ ਥਾਂ। ਔਰੰਗਜ਼ੇਬ ਜਿਹੜਾ ਝੁਕਿਆ ਨਹੀਂ, ਇਹਦੇ ਮੂਹਰੇ ਝੁਕਿਆ ਸੀ, ਫੇਰ ਤਾਂ ਉਹ ਵੀ ਗੱਦੀ ਲੈ ਲੈਂਦਾ। ਪਰ ਅੱਜ ਕੱਲ੍ਹ ਤਾਂ ਇਸ ਤਰ੍ਹਾਂ ਹੀ ਆ, ਜਿਹਦੇ ਮਗਰ ਜਾਂ ਤਾਂ ਰਾਜਨੀਤਿਕ ਬੰਦੇ ਹੋ ਗਏ, ਜਾਂ ਇਸ ਤਰ੍ਹਾਂ ਮੂਰਖਾਂ ਦਾ ਟੋਲਾ ਹੋ ਗਿਆ ਮਗਰ ਲੱਲਾ ਲੱਲਾ ਕਰਨ ਵਾਲਾ। ਉਹ ਫਿਰ ਕੋਈ ਨਾ ਕੋਈ ਰੁਤਬਾ ਲੈ ਕੇ ਬਹਿ ਗਏ, ਜਿਹਨੂੰ ਮਰਜ਼ੀ ਸੰਤ ਮਹੰਤ ਬਣਾ ਦਿੱਤਾ। ਇਹ ਐਸਾ ਨਹੀਂ। ਗੁਰੂ ਘਰ ਦੇ ਵਿੱਚ ਤਾਂ ਭਾਈ ਹਸਤੀ ਸਿਰ ਜਿਉਂ ਅੰਕਸ ਹੈ, ਅਹਰਣ ਜਿਉਂ ਸਿਰ ਦੇ, ਮਨ ਤਨ ਆਗੈ ਰਾਖੈ ਊਬੀ ਸੇਵ ਕਰੇ, ਇਉਂ ਗੁਰਮੁਖ ਆਪ ਨਿਵਾਰੀਐ, ਸਭ ਰਾਜ ਸ੍ਰਿਸ਼ਟ ਕਾਲੇ। ਇਹ ਤਾਂ ਐਸਾ ਹੀ ਆ, ਗੁਰ ਪੀਰਾਂ ਕੀ ਚਾਕਰੀ ਮਹਾਂ ਕਰੜੀ ਸੁਖ ਸਾਰ। ਇਹ ਬਹੁਤ ਕਰੜੀ ਹੈ, ਇਹ ਸਾਰ ਸੁੱਖਾਂ ਨੂੰ ਦੇਣ ਵਾਲੀ ਹੈ। ਇਹ ਤਾਂ ਫਿਰ ਆਪਣੇ ਅੰਦਰੋਂ ਪੰਜਾਂ ਵਿਕਾਰਾਂ ਨੂੰ ਖਤਮ ਕਰਕੇ, ਹਉਮੈ ਨੂੰ ਮਾਰ ਕੇ, ਨਿਮਰਤਾ, ਗਰੀਬੀ, ਸਤ ਸੰਤੋਖ, ਦੈਵੀ ਗੁਣਾਂ ਨੂੰ ਧਾਰਨ ਕਰਕੇ, ਨਿਰਭਮਾਨ ਹੋ ਕੇ ਗੁਰੂ ਘਰ ਦੀ ਜਿਹੜਾ ਸੇਵਾ ਕਰਦਾ ਹੈ, ਮਹਾਰਾਜ ਦੀ ਪ੍ਰਸੰਨਤਾ ਦੇ ਨਾਲ ਇਹ ਬਖਸ਼ਿਸ਼ਾਂ ਮਿਲਦੀਆਂ। ਤੇ ਅੱਜ ਕੱਲ੍ਹ ਤਾਂ ਭਾਈ ਐਸਾ ਹੀ ਹੈ, ਧੱਕਾ ਥੋੜ੍ਹਾ ਹੀ ਚੱਲਦਾ। ਸੋ ਜਿਹੜੇ ਫਿਰ ਉਹ ਭਲੇ ਮਾਨਸ ਬੰਦੇ ਉਹ ਬਹਿ ਜਾਂਦੇ ਵੀ ਆਪਾਂ ਕੀ ਲੈਣਾ ਝਗੜੇ 'ਚ ਮੇਲੇ 'ਚ। ਜਦੋਂ ਫਿਰ ਗਲਤ ਬੰਦੇ ਮੋਹਰੇ ਆ ਜਾਂਦੇ ਆ, ਉਹ ਫਿਰ ਜੋ ਜੋ ਕਰਤੂਤਾਂ ਕਰਦੇ ਆ ਉਹਨਾਂ ਨੂੰ ਤੁਸੀਂ ਦੇਖੀ ਜਾਂਦੇ ਆ। ਕਿਸ ਤਰ੍ਹਾਂ ਦਾ ਵਾਤਾਵਰਨ ਗਲਤ ਬੰਦਿਆਂ ਦੇ ਹੱਥ ਵਿੱਚ ਕਮਾਂਡ ਆ ਗਈ। ਪਿਛਲੇ ਪੜ੍ਹ ਲਓ, ਹੁਣ ਦੇ ਪੜ੍ਹ ਲਓ, ਕੰਸ ਦੇ ਹੱਥ ਵਿੱਚ ਕਮਾਂਡ ਆਈ। ਕ੍ਰਿਸ਼ਨ ਨੂੰ ਮਾਰਨ ਦੇ ਬਹਾਨੇ ਵੀ ਇਹਨਾਂ 'ਚ ਕ੍ਰਿਸ਼ਨ ਨਾ ਹੋਵੇ। 6 ਮਹੀਨੇ ਜਿੰਨੇ ਬੱਚੇ ਜੰਮੇ ਸੀ ਨਾ, ਸਾਰੇ ਮਾਰ ਦਿੱਤੇ ਸੀ, ਇਹਨਾਂ 'ਚ ਕ੍ਰਿਸ਼ਨ ਨਾ ਹੋਵੇ। ਦੇਖ ਲਓ ਕਿੱਧਰ ਤੁਰਿਆ ਰਿਹਾ। ਫੇਰ ਲੈ ਲਓ, ਰਾਵਣ ਕਿੱਥੇ ਤੱਕ ਗਿਆ। ਸਾਧਾਂ ਨੂੰ ਕਹਿੰਦਾ ਮੇਰੇ ਰਾਜ 'ਚ ਕਹਿੰਦੇ ਆ ਵੀ ਟੈਕਸ ਦਿਓ। ਉਹ ਕਹਿੰਦੇ ਵੀ ਟੈਕਸ ਕਾਹਦਾ ਦੇਈਏ। ਕਹਿੰਦੇ ਖੂਨ ਦੇ ਦਿਓ। ਖੂਨ ਦਾ ਟੈਕਸ ਲਿਆ। ਫਿਰ ਉਹ ਕਹਿੰਦੇ ਵੀ ਰਾਜ ਨਾ, ਉਹ ਜਿਹੜੇ ਜਨਕ ਦੇ ਰਾਜ 'ਚ ਮਟਕੀ ਜਿਹੀ ਨੱਪਿਆ, ਉੱਥੇ ਫਿਰ ਕਾਲ ਪੈ ਗਿਆ। ਕਹਿੰਦੇ ਜੀ ਕਿ ਤੁਸੀਂ ਸੋਨੇ ਦਾ ਹਲ ਵਾਹੋ। ਜਨਕ ਹਲ ਵਾਹੁਣ ਲੱਗੋ, ਮਟਕੀ ਜਿਹੀ ਨਿਕਲੀ, ਉਹਦੇ 'ਚੋਂ ਲੜਕੀ ਨਿਕਲੀ। ਸੀਆ ਸਿਆੜ 'ਚ ਉਹਦਾ ਨਾਂ ਸੀਆ ਰਾਤਾ। ਉਹ ਹੀ ਫਿਰ ਰਾਵਣ ਦਾ ਮੌਤ ਦਾ ਕਾਰਨ ਬਣੇ। ਸੋ ਇਸ ਤਰ੍ਹਾਂ ਸੱਤਾ ਕਿਸੇ ਦੇ ਹੱਥ ਗਲਤ ਦੇ ਆ ਜਾਂਦੀ ਹੈ। ਇਸੇ ਤਰ੍ਹਾਂ ਫਿਰ ਹਰਨਾਕਸ਼ ਦੇ ਹੱਥ ਵਿੱਚ ਸੱਤਾ ਆਈ। ਪ੍ਰਹਲਾਦ 5 ਸਾਲ ਦਾ ਕੀ ਬੱਚਾ ਸੀ, ਸਿਰਫ ਰਾਮ ਰਾਮ ਤੋਂ ਹੀ ਬੜਾ ਔਖਾ ਸੀ। ਮੈਂ ਹੀ ਰੱਬ ਹਾਂ, ਜਿਨ ਜਿਨ ਤਨਕ ਸਿੱਧ ਕੋ ਪਾਇਓ, ਤਿੰਨ ਤਿੰਨ ਆਪਣੋ ਰਾਹ ਚਲਾਇਓ।
ਦਸਮ ਪਾਤਸ਼ਾਹ ਕਹਿੰਦੇ ਬਾਰ ਬ੍ਰਹਮ ਕਿਹਨੂੰ ਨਾ ਪਛਾਣਾ, ਉਹਨੂੰ ਨਹੀਂ ਪਛਾਣਿਆ, ਆਪੇ ਹੀ ਬਣ ਕੇ ਬਹਿ ਗਿਆ ਵੀ ਅਸੀਂ ਰੱਬ ਹਾਂ। ਰੱਬ ਫਿਰ ਕਹਿੰਦਾ ਚਲੋ ਤੁਸੀਂ ਆ, ਤੇ ਫਿਰ ਤੁਹਾਡੇ ਨਾਲ ਵੀ ਹੱਥ ਦੋ ਕਰ ਲੈਂਦੇ ਆ। ਫਿਰ ਕੀਤੇ ਹੱਥ ਨਾ ਰੱਬ ਨੇ, ਨਰ ਸਿੰਘ ਨੇ, ਉਹ ਬਰ ਬੁਰ ਵੀ ਸਾਰੇ ਫੇਲ ਕਰਤੇ ਉਹਨੇ। ਫੇਰ ਦੇਖ ਲਓ ਇਸ ਤਰ੍ਹਾਂ ਅਰੰਗੇ ਦੇ ਹੱਥ ਵਿੱਚ ਆਈ, ਕਿੱਥੇ ਤੱਕ ਗਿਆ। ਅਹਿਮਦ ਸ਼ਾਹ ਅਬਦਾਲੀ, ਨਾਦਰ ਸ਼ਾਹ ਵਗੈਰਾ, ਮੀਰ ਮਨੂੰ, ਖਾਨ ਬਹਾਦਰ ਕਹਿੰਦੇ ਬੀਜ ਨਾਲ ਸਹੀ ਕਰ ਦਾਂਗੇ। ਬੜਾ ਹੋਇਆ। ਫਿਰ ਦਿੱਲੀ ਤੇ ਇੱਕ ਬੀਬੀ ਦੇ ਹੱਥ ਵਿੱਚ ਸੱਤਾ ਆ ਗਈ। ਦੇਖ ਲਓ ਕੀ ਕੁਛ ਕੀਤਾ ਉਹਨੂੰ, ਥੋੜ੍ਹਾ ਕੁਛ ਕਰ ਗਈ। ਜੀਂਦੀ ਨੇ ਵੀ, ਮਰਨ ਤੋਂ ਬਾਅਦ ਵੀ ਕੀ ਕੁਛ ਹੋਇਆ। ਇਹ ਸੱਤਾ ਦਾ ਨਸ਼ਾ ਐਸਾ ਹੈ। ਇਹ ਇਲੈਕਸ਼ਨ ਦਾ ਕੰਮ ਹੈ, ਸਿਲੈਕਸ਼ਨ ਨਹੀਂ ਨਾ। ਜਿਹੜੀ ਸਿਲੈਕਸ਼ਨ ਹੈ ਉਹ 'ਚ ਪੜ੍ਹਾਈ ਕਰਨੀ ਪੈਂਦੀ ਹੈ, ਇਮਤਿਹਾਨ ਦੇਣਾ ਪੈਂਦਾ ਹੈ। ਇਮਤਿਹਾਨ ਜਿਹੜਾ ਪੂਰਾ ਉਤਰੂਗਾ ਉਹ ਹੀ ਹੈ। ਕਈ ਹੁਣ ਅੱਜ ਕੱਲ੍ਹ ਪੈਸੇ ਦੇ ਕੇ ਡਿਗਰੀਆਂ ਡਾਕਟਰਾਂ ਦੀਆਂ ਲੈ ਲੈਂਦੇ ਆ। ਆਪਰੇਸ਼ਨ ਕਰਤਾ, ਕਿਸੇ ਦੇ ਢਿੱਡ 'ਚ ਕੈਂਚੀ ਰਹਿ ਗਈ, ਕਿਸੇ ਦੇ ਢਿੱਡ 'ਚ ਪੱਟੀਆਂ ਰਹਿ ਗਈਆਂ, ਅਤੇ ਸਿਆਪਾ ਖੜਾ ਹੋ ਜਾਂਦਾ ਨਾ। ਜਿਹੜੇ ਹੈਵਨ ਡਾਕਟਰ ਬਣੇ ਹੁੰਦੇ ਆ, ਇੱਕ ਤਾਂ ਹੁੰਦੇ ਨਾ ਮਿਹਨਤ ਕਰਕੇ ਪ੍ਰੀਖਿਆ ਪਾਸ ਕਰਕੇ ਬਣੇ ਹੁੰਦੇ, ਇੱਕ ਫਿਰ ਇਸ ਤਰ੍ਹਾਂ ਦੇ ਹੁੰਦੇ ਆ। ਉਹ ਭਾਈ ਗੁਰਦਾਸ ਜੀ ਨੇ ਕਿਹਾ ਨਾ, ਉਹ ਕਿਸੇ ਦੀ ਊਠਣੀ ਸੀ, ਉਹ ਕੱਕੜੀਆਂ ਦੇ ਖੇਤ 'ਚ ਘਾਹ ਸੀ ਤੇ ਚੁਗਣੀ ਛੱਡੀ ਸੀ। ਉਹ ਕੱਕੜੀ ਉਹਦੇ ਗਲ 'ਚ ਫਸ ਗਈ, ਗਲਘੋਟੂ ਜਿਹਾ ਹੋ ਗਿਆ। ਉਹ ਬੜੀ ਔਖੀ ਤੜਫੇ। ਉਹ ਜਿਹਦੀ ਊਠਣੀ ਸੀ ਉਹ ਫਿਰ ਲੈ ਕੇ ਵੈਦ ਕੋਲ ਚਲੇ ਗਿਆ ਕਿ ਮਹਾਰਾਜ ਊਠਣੀ ਬੜੀ ਔਖੀ। ਉਹ ਫਿਰ ਵੈਦ ਇਹ ਪੁੱਛਦੇ ਹੁੰਦੇ ਕੀ ਖਾਧਾ ਖੁੱਧਾ ਸੀ, ਕਿਸ ਤਰ੍ਹਾਂ ਸੀ। ਉਹ ਕਹਿੰਦੇ ਮਹਾਰਾਜ ਕੋਈ ਘਾਹ ਚੜ੍ਹਨ ਨੂੰ ਛੱਡੀ, ਉਹ ਕੱਕੜੀਆਂ ਦੇ ਖੇਤ 'ਚ ਵੜ ਗਈ। ਉਹ ਨਹੀਂ ਦੇਖ ਲਿਆ ਕਿ ਉਹ ਕੱਕੜੀ ਗਲ 'ਚ ਫਸ ਗਈ। ਜਦੋਂ ਫੁੱਟ ਜਾਂਦੀ ਫਿਰ ਤਾਂ ਅੰਦਰ ਚੱਲ ਜਾਣੀ ਸੀ। ਫੁੱਟੀ ਹੈ ਨਾ, ਕਰੜੀ ਕੱਚੀ ਸੀ ਨਾ, ਪੱਕਾ ਉਹਦੇ ਛੇਤੀ ਫਿਸ ਜਾਂਦਾ। ਉਹ ਨਹੀਂ ਕਿਹਾ ਲੱਤਾਂ ਜੁੱਟੋ, ਪੁੱਠੀ ਕਰਕੇ ਸੁੱਟੋ। ਊਠ ਨੂੰ ਸਿੱਟਿਆ, ਵੱਟਾ ਜਿਹਾ ਲੈ ਕੇ ਹੌਲੀ ਹੌਲੀ ਕਰਕੇ ਨਾ ਟਕੋਰ ਮਾਰ ਕੇ ਕੱਕੜੀ ਭੰਨ ਦਿੱਤੀ ਕਿ ਊਠਣੀ ਰਾਜੀ ਹੋ ਗਈ। ਉਹ ਬਸ ਕਿਸੇ ਦੀ ਮਾਂ ਨੂੰ ਗਲਘੋਟੂ ਹੋ ਗਿਆ। ਉਹ ਕਹਿੰਦੇ ਜੀ ਗਲਘੋਟੂ, ਕਹਿੰਦੇ ਲੈ ਇਹ ਕਿਹੜੀ ਗੱਲ ਆ। ਉਹ ਵੈਦ ਕੋਲ ਲੈ ਗਿਆ, ਵੈਦ ਗਿਆ ਸੀ, ਉਹਦਾ ਮੁੰਡਾ ਸੀ। ਉਹ ਆਪਣੀ ਮਾਂ ਨੂੰ ਲੈ ਗਿਆ। ਕਹਿੰਦੇ ਮਹਾਰਾਜ ਮੇਰੀ ਮਾਂ ਬੜੀ ਔਖੀ ਹੈ। ਕਹਿੰਦੇ ਲੈ ਇਹ ਕਿਹੜਾ, ਬੁੱਢੀ ਨੂੰ ਜੁੱਟ ਕੇ ਸੁੱਟੋ ਥੱਲੇ। ਉਹ ਪੱਥਰ ਲੈ ਕੇ ਲਾਪਿਆ ਕਰਨ, ਵੈਦ ਬੜੇ ਨੇ ਕੀਤਾ ਸੀ। ਇਹ ਨਹੀਂ ਸੋਚਿਆ ਵੀ ਊਠਣੀ ਉਹਦੇ ਗੱਲ ਤਾਂ ਕੱਕੜੀ ਫਸੀ ਸੀ, ਬੁੱਢੀ ਹੈ। ਉਹ ਕੰਢੀ ਦੇ ਜ਼ੋਰ ਨਾਲ ਪੱਥਰ ਵਜਾ ਮਰ ਗਈ। ਉੱਥੋਂ ਕਹਾਵਤ ਬਣੀ ਨਾ, ਨੀਮ ਹਕੀਮ ਖਤਰਾਏ ਜਾਨ। ਜਿਹੜਾ ਅਧੂਰਾ ਹਕੀਮ ਹੈ, ਜਾਨ ਦਾ ਖਤਰਾ ਮੌਤ ਦਾ ਕਾਰਨ। ਚਾਹੇ ਕੋਈ ਧਾਰਮਿਕ ਸੰਸਥਾ ਦਾ ਮੁਖੀ ਬਣ ਜਾਏ, ਕੋਈ ਰਾਜਨੀਤਿਕ ਦਾ ਬਣ ਜਾਏ, ਚਾਹੇ ਕੋਈ ਵੈਦ ਹਕੀਮ ਨੀਮ ਆ ਜਾਏ, ਚਾਹੇ ਵਿਦਵਾਨ ਕੋਈ ਨੀਮ ਅਵਸਥਾ ਦਾ ਪੂਰਾ ਗਿਆਨ ਹੈ ਨਹੀਂ ਸ਼ਾਸਤਰਾਂ ਦਾ, ਉਹ ਸੰਸਾਰ ਦਾ ਬੇੜਾ ਗੁੱਲ ਕਰ ਦਿੰਦਾ। ਅੱਜ ਸਾਡੇ ਦੇਸ਼ ਦਾ ਭੱਠਾ ਇਉਂ ਬਹਿ ਰਿਹਾ। ਨੀਮ ਹਕੀਮਾਂ ਨੇ ਮਾਰ ਲਿਆ ਇਸ ਦੇਸ਼ ਨੂੰ, ਤਬਾਹੀ ਤੇ ਲਿਆ ਕੇ ਖੜਾ ਕਰ ਦਿੱਤਾ ਹੈ। ਇੱਕ ਦੂਏ ਦੀ ਕਿਵੇਂ ਨਿੰਦਿਆ, ਇਨਸਾਨੀ ਗੱਲਾਂ ਵੀ ਨਹੀਂ, ਇਹੋ ਜਿਹਾ ਸਭ ਸ਼ਬਦਾਂ ਦਾ ਪ੍ਰਯੋਗ ਹੋ ਰਿਹਾ। ਜਿਹੜਾ ਸਿਆਣਾ ਬੰਦਾ, ਉਹਦੀ ਸ਼ਬਦਾਵਲੀ ਗਲਤ ਨਹੀਂ ਨਾ ਹੋਏਗੀ। ਬਾਣੀ ਨੂੰ ਮੱਥਾ ਕਿਉਂ ਟੇਕਦੇ ਆ? ਗ੍ਰੰਥ ਤਾਂ ਹੋਰ ਵੀ ਬਹੁਤ ਆ, ਇਹ ਤੇ ਚੌਰ ਕਿਉਂ ਝੁਲਦੇ ਆ? ਗੁਰੂਆਂ ਦੀ ਸ਼ਬਦਾਵਲੀ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ।
ਹੁਣ ਸੰਮਲ ਥੱਕੀ ਜੀ, ਉਹ ਕਦੇ ਨਾ ਬੋਲੇ ਕੌੜਾ। ਕੌੜਾ। ਕੌੜਾ ਬੋਲਣਾ ਜਾਣੈ, ਪੂਰਨ ਭਗਵਾਨੈ, ਔਗਣ ਕੋ ਨਾ ਚਤਾਰੇ। ਤਾਂ ਇਹਨੂੰ ਮੱਥੇ ਟੇਕ ਹੋ ਰਹੇ, ਚੌਰ ਝੁੱਲ ਰਹੇ, ਪਾਲਕੀਆਂ ਸਿੰਘਾਸਣਾਂ ਤੇ ਪ੍ਰਕਾਸ਼ਮਾਨ ਹੋ ਰਹੀ ਹੈ। ਇਹ ਸਤਿਗੁਰਾਂ ਦੀ ਬਾਣੀ। ਅੱਜ ਸੰਸਾਰ ਦਾ ਵਾਤਾਵਰਨ, ਇੱਕ ਪਾਸੇ ਹਵਾ ਪ੍ਰਦੂਸ਼ਣ, ਪਾਣੀ ਪ੍ਰਦੂਸ਼ਣ, ਬੰਦੇ ਦੀ ਬੋਲ ਬਾਣੀ ਵਿੱਚ ਵੀ ਬੜਾ ਪ੍ਰਦੂਸ਼ਣ ਹੈ। ਬੋਲ ਬਾਣੀ ਵੀ ਬਹੁਤ ਵਿਗੜ ਗਈ ਹੈ। ਦੇਖਣਾ ਵੀ ਵਿਗੜ ਗਿਆ, ਸੁਣਨਾ ਵੀ ਵਿਗੜ ਗਿਆ, ਚੱਲਣਾ ਵੀ ਵਿਗੜ ਗਿਆ, ਖਾਣਾ ਪੀਣਾ ਵੀ ਵਿਗੜ ਗਿਆ, ਪਹਿਨਣਾ ਵੀ ਵਿਗੜ ਗਿਆ, ਸੌਣਾ ਜਾਗਣਾ ਵੀ ਵਿਗੜਿਆ ਹੋਇਆ। ਪ੍ਰਦੂਸ਼ਣ ਇੱਕ ਪਾਸੇ ਥੋੜ੍ਹੀ। ਇਹ ਪ੍ਰਦੂਸ਼ਣ ਵਿਗੜਨ ਕਰਕੇ ਆ ਏਡ ਦੀ ਬਿਮਾਰੀ ਫੈਲੀ ਹੋਈ ਹੈ। ਇਹ ਨਿੰਦਾ ਦਿਓ ਕਿ ਲੋਕਾਂ ਨੇ ਲਿਆਂਦੀ ਹੈ, ਆਪਣੇ ਆਪ ਨਹੀਂ ਆਈ। ਸਾਰਾ ਕੁਝ ਵਿਗਾੜ ਲਿਆ। ਵਿਗੜਨ ਦੇ ਕਾਰਨ ਐਸੇ ਭਿਅੰਕਰ ਰੋਗ ਪੈਦਾ ਹੋ ਗਏ ਜਿਹੜੇ ਇਨਸਾਨ ਦੀ ਜਾਨਲੇਵਾ ਬਣ ਰਹੇ ਆ। ਵਿਗੜ ਜੂ ਸਾਰਾ ਕੁਛ ਗਿਆ। ਅੰਨ ਪਾਣੀ ਵੀ ਕੋਈ ਚੀਜ਼ ਲੈ ਲਓ, ਸ਼ੁੱਧ ਪਵਿੱਤਰ ਰਹਿਣ ਦਿੱਤੀ ਨਹੀਂ। ਕਿਸ ਤਰ੍ਹਾਂ ਦਾ ਹਾਲ ਆ ਬਲੈਤ ਵਿੱਚ। ਗਾਈਆਂ ਦੀ ਜਿਹੜੀ ਫੀਡ ਸੀ ਨਾ, ਮੀਟ ਮਿਲਾ ਕੇ ਦੇਣ ਲੱਗ ਪਏ। ਹੁਣ ਇਹ ਜਾਨਵਰ ਤੇ ਵੈਸ਼ਨੂੰ ਆ, ਉਹਦਾ ਭੋਜਨ ਮੀਟ ਥੋੜ੍ਹੀ ਹੈ, ਉਹ ਤਾਂ ਸ਼ੇਰ ਦਾ। ਉਹ ਗਾਈਆਂ ਸਾਰੀਆਂ ਪਾਗਲ ਹੋ ਗਈਆਂ। ਜਿਹੜੇ ਦੁੱਧ ਪੀਣ ਉਹ ਵੀ ਪਾਗਲ ਹੋਈ ਜਾਣ। ਫਿਰ ਗੋਰਿਆਂ ਦਾ ਹੋਰ ਤਾਂ ਜ਼ੋਰ ਚੱਲਿਆ ਨਾ, ਗਾਈਆਂ ਨੂੰ ਮਾਰਿਆ ਇਹਨਾਂ। ਫਿਰ ਸਾਰੇ ਗੋਰੇ ਪਾਗਲ ਹੋ ਜਾਣਗੇ, ਗੋਰੀਆਂ ਪਾਗਲ ਹੋ ਜਾਣਗੇ, ਕਿਉਂਕਿ ਉਲਟ ਖੁਰਾਕ। ਅੱਜ ਸੰਸਾਰ ਦਾ ਖਾਣਾ ਪੀਣਾ, ਪਹਿਨਣਾ, ਬੋਲਣਾ, ਚੱਲਣਾ, ਰਹਿਣਾ ਬਹਿਣਾ ਸਾਰਾ ਹੀ ਪ੍ਰਦੂਸ਼ਿਤ ਹੋਇਆ ਹੋਇਆ। ਤੇ ਜਿਹਨੇ ਅੱਜ ਵੀ ਸੰਜਮ ਵਿਵੇਕ ਰੱਖਿਆ ਹੋਇਆ ਉਹ ਠੀਕ ਠਾਕ ਆ, ਮਹਾਰਾਜ ਕਿਰਪਾ ਰੱਖਦੀ ਹੈ। ਪਰ ਜਦੋਂ ਅੱਗ ਜ਼ਿਆਦਾ ਬਲਦੀ ਹੋਵੇ, ਸੇਕ ਚੰਗਿਆਂ ਨੂੰ ਵੀ ਲੱਗਣ ਲੱਗ ਪੈਂਦਾ। ਗੱਜ ਕੇ ਬੋਲੋ ਵਾਹਿਗੁਰੂ। ਜਿਹੜੇ ਛੂਤ ਦੀ ਬਿਮਾਰੀ ਜ਼ਿਆਦਾ ਫੈਲ ਜਾਏ ਨਾ, ਫਿਰ ਚੰਗੇ ਵੀ ਲਪੇਟ 'ਚ ਆ ਜਾਂਦੇ ਆ। ਇਹ ਛੂਤ ਦੀ ਬਿਮਾਰੀ ਬੜੀ ਫੈਲੀ ਹੋਈ ਹੈ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਮਾਲਵੇ ਹੰਡਿਆਏ ਪਿੰਡ ਜਗਾਏ, ਬੋਰਡ ਥੱਲੇ ਮਹਾਰਾਜ ਨੇ ਡੇਰਾ ਲਾਇਆ। ਇੱਕ ਬੰਦਾ ਪਿਆ ਹੋਇਆ, ਪਿੰਡ ਦਿਆਂ ਨੇ ਭਾਂਡਾ ਛੇਕ ਦਿੱਤਾ। ਇਹ ਛੂਤ ਦੀ ਬਿਮਾਰੀ ਗਾਹਾਂ ਨਾ ਪੈ ਜਾਏ। ਤੜਫ ਰਿਹਾ, ਕੋਈ ਪਾਣੀ ਵੀ ਨਹੀਂ ਪੁੱਛਾ ਰਿਹਾ। ਮਹਾਰਾਜ ਨੇ ਪੁੱਛਿਆ ਕੀ ਗੱਲ? ਮਹਾਰਾਜ ਆਦਿ ਵਿਆਧੀ ਉਪਾਧੀ ਸਾਰੇ ਕਸ਼ਟ, ਬੁਖਾਰ, ਇਹ ਸੰਤਾਪ ਹੋ ਰਿਹਾ। ਉੱਥੇ ਛੋਟਾ ਜਿਹਾ ਚਸ਼ਮਾ ਸੀ। ਮਹਾਰਾਜ ਕਹਿੰਦੇ ਇਸ਼ਨਾਨ ਕਰੋ। ਉਹ ਸੀ ਵੀ ਪਾਣੀ ਇੱਧਰ ਉੱਧਰੋਂ ਵੀ ਪੈ ਜਾਂਦਾ। ਮਹਾਰਾਜ ਕਹਿੰਦੇ ਨਹੀਂ। ਮਹਾਰਾਜ ਨੇ ਦ੍ਰਿਸ਼ਟੀ ਕੀਤੀ, ਉਹਨਾਂ ਦੀ ਦ੍ਰਿਸ਼ਟੀ 'ਚ ਅੰਮ੍ਰਿਤ, ਉਹਨਾਂ ਦੇ ਬਚਨਾਂ 'ਚ ਵੀ ਅੰਮ੍ਰਿਤ ਆ। ਚਾਰਨ ਰੱਖ ਦੇਣ ਉੱਥੇ ਵੀ, ਉਹਨਾਂ ਦੀ ਬਾਣੀ 'ਚ ਵੀ ਉਹ ਹੈ ਹੀ ਅੰਮ੍ਰਿਤ ਸਰੂਪ। ਮਹਾਰਾਜ ਨੇ ਪਹਿਲਾਂ ਆਪ ਇਸ਼ਨਾਨ ਕਰ ਲਿਆ। ਉਹਨੂੰ ਬਸ ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਉਹ ਪਿੰਡ ਜੀ ਇਲਾਕਾ ਹੈ ਸਾਰਾ, ਮਹਾਰਾਜ ਸਾਨੂੰ ਤਾਂ ਮਾਲਵੇ ਨੂੰ ਬੁਖਾਰ ਨੇ ਬੁਰਾ ਹਾਲ ਕੀਤਾ ਪਿਆ। ਜਿਹੜਾ ਇਸ਼ਨਾਨ ਕਰੇ ਰਾਜੀ। ਇਹ ਹੰਡਿਆਇਆ ਪਿੰਡ ਮਾਲਵੇ 'ਚ, ਬਰਨਾਲੇ ਤੋਂ 7-8 ਮੀਲ ਹੈਗਾ। ਸਰੋਵਰ ਲੱਗਾ। ਹੁਣ ਵੀ ਮਹਾਰਾਜ ਬਖਸ਼ਿਸ਼ਾਂ ਕਰਦੇ ਆ। ਕਿਤੇ ਕੋਈ ਬਖਸ਼ਿਸ਼ ਰੱਖੀ ਆ, ਕਿਤੇ ਕੋਈ ਰੱਖੀ ਆ। ਕਿਤੇ ਪੁੰਨਿਆ, ਕਿਤੇ ਬਸੰਤ ਪੰਚਮੀ ਹੈ, ਕਿਤੇ 14 ਅਮਾਵਸਿਆ, ਕਿਤੇ ਕੋੜਿਆਂ ਦੇ ਕੋੜ ਖਰਸ ਪਾਂ ਖਾਜ ਖੂਜ ਹਟਦੀ ਹੈ, ਕਿਤੇ ਕੋਈ ਰੋਗ ਹਟਦਾ। ਇੱਥੇ ਮਾਲੜੀ ਦਰਦਾਂ ਹੀ ਹਟਦੀਆਂ। ਕਿੰਨੀ ਦੁਨੀਆ ਹੁੰਦੀ ਹੈ। ਇਹ ਮਹਾਰਾਜ ਨੇ ਜੁਦੇ ਜੁਦੇ ਸਥਾਨਾਂ 'ਤੇ ਕੈਸੀਆਂ ਕੈਸੀਆਂ ਬਰਕਤਾਂ ਬਖਸ਼ਿਸ਼ਾਂ ਜਿਹੜੀਆਂ
ਰੱਖੀਆਂ ਹੋਈਆਂ। ਦਰਬਾਰ ਸਾਹਿਬ ਤੇ ਖੁੱਲ੍ਹਾ ਗੱਫਾ ਹੀ ਸ੍ਰੀ ਗੁਰੂ ਰਾਮਦਾਸ ਜੀ ਦੇ ਹੀ ਜਾਂਦੇ, ਐਸੀ ਕਿਰਪਾ ਦਾ ਮੀਂਹ ਵਰਾਉਂਦੇ ਆ। ਸੋ ਇਸ ਕਰਕੇ ਅੱਜ ਪ੍ਰਦੂਸ਼ਣ ਇੱਕ ਪਾਸੇ ਨਹੀਂ, ਚਾਰ ਚੁਫੇਰੇ ਪ੍ਰਦੂਸ਼ਣ ਹਰ ਤਰ੍ਹਾਂ ਦਾ ਫੈਲਿਆ ਹੋਇਆ। ਇਹ ਜੇ ਆਪਣੇ ਜੀਵਨ ਨੂੰ ਆਪਾਂ ਗੁਰਬਾਣੀ ਤੋਂ ਸਿੱਖਿਆ ਸੇਧ ਲੈ ਕੇ ਉਹਦੇ ਮੁਤਾਬਕ ਸੁਧਾਰ ਲਈਏ ਨਾ, ਇਹ ਤਾਂ ਬਚਾਅ ਹੈਗਾ। ਚੱਕੀ ਚੱਲਦੀ ਹੈ ਨਾ, ਜਿਹੜੇ ਦਾਣੇ ਅਕੀਲੀ ਦੁਆਲੇ ਆ ਜਾਂਦੇ ਉਹ ਵੱਜ ਜਾਂਦੇ ਆ, ਜਿਹੜੇ ਪੁੜਾਂ ਥੱਲੇ ਉਹ ਫਿਰ ਮੈਦਾ ਹੋ ਜਾਂਦੇ ਆ। ਇਹ ਪੁੜ ਚੱਲ ਰਹੇ ਰਾਗ ਦਵੈਸ਼ ਦੇ, ਤੇ ਜਿਹੜੇ ਫਿਰ ਬਾਣੀ ਦੇ ਆਸਰੇ ਚੱਲਦੇ ਆ, ਮਹਾਰਾਜ ਕਿਰਪਾ ਵੀ ਕਰਦੇ ਆ। ਆਓ ਇਹ ਮਹੀਨਾ ਸਭ ਦੀ ਇੱਛਾ ਹੋਏਗੀ ਸੁੱਖ ਦਾ ਬਤੀਤ ਹੋਵੇ ਪਰਿਵਾਰਾਂ 'ਚ। ਆਪ ਜਿਹੜੇ ਫਿਰ ਗੁਰਮੁਖ ਪਿਆਰੇ ਆ, ਉਹਨਾਂ ਦੀ ਸੋਚ ਵੀ ਮਹਾਨ ਹੁੰਦੀ ਹੈ। ਹਰ ਇੱਕ ਬੰਦਾ ਆਪੋ ਆਪਣੇ ਸੁੱਖ ਲਈ ਤੇ ਸੋਚਦਾ, ਚਾਹੇ ਕਿਦਾ ਗਲਾ ਵੱਢ ਕੇ, ਚਾਹੇ ਲੁੱਟ ਸੁੱਟ ਕਰਕੇ ਪੈਸੇ ਲਿਆਉਂਦਾ ਹੁੰਦਾ ਤੇ ਇਹ ਮੈਂ ਸੁਖੀ ਰਹਾਂ, ਮੇਰਾ ਪਰਿਵਾਰ ਸੁਖੀ ਰਹੇ, ਪਰ ਇਉਂ ਸੁੱਖ ਨਹੀਂ ਮਿਲਦਾ। ਸੁੱਖ ਦੂਏ ਨੂੰ ਸੁੱਖ ਦੇ ਕੇ ਮਿਲਦਾ ਹੁੰਦਾ। ਜਿਹੜੇ ਗੁਰਮੁਖ ਪਿਆਰੇ ਆ ਉਹ ਸਾਰੇ ਵਿਸ਼ਵ ਦਾ ਸੁੱਖ ਮੰਗਦੇ ਆ, ਕਿਉਂਕਿ ਉਹ ਸਮਝਦੇ ਪਰਮਾਤਮਾ ਵਿਆਪਕ ਆ, ਇਹ ਸਾਰੀ ਸ੍ਰਿਸ਼ਟੀ ਉਸ ਕਰਤੇ ਦੀ ਹੈ। ਇਹ ਨੇਤਰਹੁ ਮੇਰਿਓ ਹਰ ਤੁਮੈ ਜੋ ਧਰੀ, ਹਰ ਬਿਨ ਅਵਰ ਨ ਦੇਖੋ ਕੋਈ, ਹਰ ਬਿਨ ਅਵਰ ਨ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹ ਵਿਸ ਸੰਸਾਰ ਤੋਂ ਨਾ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਉਹ ਸਾਰਿਆਂ ਦਾ ਹੀ ਭਲਾ ਸੋਚਦੇ, ਸਭ ਦਾ ਹੀ। ਸਰਵੇ ਭਵੰਤੂ ਸੁਖੀ ਨਾ ਸਰਵੇ ਸੰਤੋ ਨਿਰਮਯ, ਸਭ ਦਾ ਭਲਾ ਸੋਚਦੇ ਆ। ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਪੰਜਵੇਂ ਪਾਤਸ਼ਾਹ, ਉਹਨਾਂ ਦੀ ਬਾਣੀ। ਇਹ 12 ਮਾਹਾਂ ਜੋ ਬਿਕਰਮੀ ਸੰਮਤ ਦਾ ਆਖਰੀ ਮਹੀਨਾ, ਇਸ ਦੀ ਵਿਚਾਰਧਾਰਾ ਸੁਣੀਏ। ਮਨ ਬਿਰਤੀ ਦੀ ਇਕਾਗਰਤਾ ਲਈ, ਰਸਨਾ ਦੀ ਪਵਿੱਤਰਤਾ ਲਈ ਗਜ ਵੱਜ ਕੇ ਬੋਲੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਲ ਗੁਣ ਆਨੰਦ ਉਪਾਰਜਨਾ। ਫੱਗਣ ਦੇ ਮਹੀਨੇ ਦੁਆਰਾ ਸਿੱਖਿਆ ਦਿੰਦੇ ਆ, ਜੇ ਤੁਸੀਂ ਆਨੰਦ ਨੂੰ ਉਪਾਰਜਨ ਕਰਨਾ ਚਾਹੁੰਦੇ, ਪੈਦਾ ਕਰਨਾ ਚਾਹੁੰਦੇ ਹੋ, ਹਰ ਸੱਜਣ ਪ੍ਰਗਟੇ ਆਏ। ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰੋ। ਉਹ ਸੱਜਣ ਸਰੂਪੀ ਪਰਮੇਸ਼ਰ ਤੁਹਾਡੇ ਹਿਰਦੇ 'ਚ ਪ੍ਰਗਟ ਹੋ ਜਾਏਗਾ। ਤੇ ਜਦੋਂ ਉਹ ਪ੍ਰਾਪਤ ਹੋ ਗਿਆ, ਫਿਰ ਬਾਕੀ ਕੁਝ ਪ੍ਰਾਪਤ ਕਰਨ ਵਾਲਾ ਰਹਿ ਹੀ ਨਹੀਂ ਜਾਂਦਾ। ਭਾਈ ਬਾਲਾ ਸਾਹਿਬ ਦਾ ਜੀਵਨ ਪੜ੍ਹੋ, ਸਾਰੀ ਜ਼ਿੰਦਗੀ ਕੋਈ ਮੰਗ ਮੰਗੀ ਹੋਵੇ, ਕਿਤਨੇ ਨਿਸ਼ਕਾਮ, ਕੋਈ ਫੁਰਨਾ ਹੀ ਨਹੀਂ ਕੀਤਾ, ਬਸ ਹੁਕਮ ਵਿੱਚ ਹੀ ਸਾਰੀ ਜ਼ਿੰਦਗੀ ਬਤੀਤ ਕਰਤੀ ਹੁਕਮ 'ਚ। ਸੇਵਾ ਚੌਰ ਸਾਹਿਬ ਦੀ ਸੀ ਨਾ, ਕਦੀ ਨਹੀਂ ਕਿਹਾ ਮੈਨੂੰ ਆਹ ਮਿਲ ਜਾਏ, ਉਹ ਮਿਲ ਜਾਏ, ਕਿਉਂਕਿ ਸੱਜਣ ਜੋ ਪ੍ਰਗਟ ਨਾਲ ਘੁੰਮ ਰਿਹਾ ਸੀ। ਧੰਨ ਗੁਰੂ ਨਾਨਕ ਪਾਤਸ਼ਾਹ ਬਸ ਉਹਨਾਂ ਦੇ ਹੁਕਮ 'ਚ ਆਨੰਦ ਸਰੂਪ 'ਚ ਵਿਚਰਦੇ ਰਹੇ। ਤੇ ਜਿਨ੍ਹਾਂ ਦੇ ਹਿਰਦੇ 'ਚ ਐਸੀ ਭਾਵਨਾ ਬਣ ਜਾਂਦੀ ਹੈ, ਨਿਸ਼ਕਪਟ ਨਿਸ਼ਕਾਮ ਬਣ ਜਾਂਦੇ ਆ, ਉੱਥੇ ਸੱਜਣ ਸਰੂਪੀ ਮਹਾਰਾਜ ਸਾਖਿਆਤ ਪ੍ਰਗਟ ਹੋ ਜਾਂਦੇ ਹਨ। ਸੰਤ ਸਹਾਈ ਰਾਮ ਕੇ। ਜਿਹੜੇ ਸੰਤ ਜਿਨੀ ਆਪਣੇ ਆਪ ਨੂੰ ਸ਼ਾਂਤ ਕਰ ਲਿਆ, ਪੰਜਾਂ ਵਿਕਾਰਾਂ ਵੱਲੋਂ ਮਨ ਸ਼ਾਂਤ ਹੋ ਗਿਆ, ਉਹਦਾ ਨਾਮ ਸੰਤ ਆ। ਉਹ ਰੱਬ ਦੇ ਮਿਲਾਪ ਦੇ ਸਹਾਈ ਹੈ, ਹੋਰ ਇਹ ਨਹੀਂ ਕੋਈ ਭੇਖ ਭੂਖ ਧਾਰਿਆ ਹੋਇਆ, ਉਹਦੇ ਨਾਲ ਨਹੀਂ। ਜਿਨੀ ਆਪਣੀ ਆਤਮਾ ਮਨ ਦੇ ਨੂੰ ਵਿਕਾਰ ਖਤਮ ਕਰ ਲੈ, ਸ਼ਾਂਤ ਹੋ ਗਏ, ਆਤਮਾ ਪਦ ਪ੍ਰਾਪਤ ਕਰਨ ਵਾਲੇ ਹੈ, ਉਹਨਾਂ ਦੀ ਜਿਹੜੀ ਸੰਗਤ ਉਹ ਰੱਬ ਦੇ ਪਿਆਰਿਆਂ ਨੂੰ ਉਹਦੇ ਮਿਲਾਪ ਲਈ ਸਹਾਇਕ ਹੈ। ਕਰ ਕਿਰਪਾ ਦੀਆ ਮਿਲਾਏ। ਜਿਨ੍ਹਾਂ ਤੇ ਉਹ ਕਿਰਪਾ
ਕਰਦਾ ਉਹਨਾਂ ਨੂੰ ਐਸੇ ਸੰਤਾਂ ਦਾ ਮਿਲਾਪ ਹੁੰਦਾ। ਔਰ ਰਾਜੇ ਨੇ ਪੁੱਛਿਆ ਸੀ ਮਹਾਰਾਜ ਤੇ ਐਸੇ ਸੰਤ ਕਿਵੇਂ ਮਿਲਣ? ਮਹਾਰਾਜ ਕਹਿੰਦੇ ਪਏ ਕੋਈ ਪ੍ਰੇਮੀ ਉਸਦੇ ਗਰੀਬੀ ਬੜੀ ਸੀ। ਮਹਾਰਾਜ ਗਰੀਬੀ ਕਿਵੇਂ ਦੂਰ ਹੋਵੇ? ਮਹਾਰਾਜ ਕਹਿੰਦੇ ਪੰਛੀਆਂ ਨੂੰ ਦਾਣੇ ਪਾਇਆ ਕਰ। ਉਹ ਦਾਣੇ ਜਿਹੜੇ ਪਾਉਂਦੇ ਪੰਛੀਆਂ ਨੇ ਫਿਰ ਜਾਸ ਕਰਨ ਹੋਰ ਪੰਛੀ ਆਉਣ ਲੱਗ ਪਏ। ਇਹ ਜਾਸ ਪਹੁੰਚਦਾ ਪਹੁੰਚਦਾ ਮਾਨਸਰੋਵਰ ਹੰਸਾਂ ਤੇ ਵੀ ਚਲੇ ਗਿਆ ਕਿ ਫਲਾਨਾ ਬੰਦਾ ਤਾਂ ਪੰਛੀਆਂ ਦਾ ਬੜਾ ਪ੍ਰੇਮੀ ਹੈ। ਉਹਨਾਂ ਨੂੰ ਚੋਗਾ ਪਾਉਂਦਾ, ਹੰਸ ਵੀ ਆਉਣ ਲੱਗ ਪਏ। ਉਹ ਆਉਂਦੇ ਹੀ ਦਾਣੇ ਚੁਗਣ ਅਤੇ ਹੰਸਾਂ ਹੀਰਾ ਮੋਤੀ ਚੁਗਣਾ। ਉਹ ਫਿਰ ਮੋਤੀ ਉਗਲ ਕੇ ਸਿੱਟ ਜਾਇਆ ਕਰਨ। ਉਹ ਪੰਛੀਆਂ ਦੀ ਸੇਵਾ ਤੋਂ ਹੰਸ ਆਏ, ਉਹ ਮੋਤੀ ਉਗਲ ਕੇ ਸਿੱਟ ਗਿਆ, ਬੜਾ ਮਾਲਾ ਮਾਲ ਹੋ ਗਿਆ। ਕਹਿੰਦੇ ਇਸੇ ਤਰ੍ਹਾਂ ਆਏ ਹੋਏ ਅਤਿਥੀ ਗੁਰਮੁਖ ਪਿਆਰਿਆਂ ਦੀ ਲੰਗਰ ਪਾਣੀ ਲੋੜਕਾਰਾਂ ਦੀ ਸੇਵਾ ਕਰਿਆ ਕਰ। ਹੌਲੀ ਹੌਲੀ ਫਿਰ ਤੇਰਾ ਜਸ ਹੋਏਗਾ। ਕੋਈ ਨਾ ਕੋਈ ਪਹੁੰਚਿਆ ਸੰਤ ਵੀ ਆ ਜਾਏਗਾ। ਇਸ ਤਰ੍ਹਾਂ ਕਹਿੰਦੇ ਉਹ ਫਿਰ ਮਿਲ ਜਾਂਦੇ ਹੁੰਦੇ ਆ ਸੇਵਾ ਤੋਂ। ਇਸ ਕਰਕੇ ਸੰਤਾਂ ਕੋਲ ਰਹੇ ਆ। ਕੋਈ ਸਾਧੂ ਆ ਜਾਏ ਉਹਨੇ ਅੱਗੇ ਹੋ ਜਾਣਾ, ਨਮਸਕਾਰ ਕਰਨੀ, ਥੈਲਾ ਫੜ ਲਿਆ, ਆਸਣ ਵਿਛਾਓ, ਚਰਨ ਧੋਵੋ, ਜਲ ਪਾਣੀ ਇਸ਼ਨਾਨ ਪਾਣੀ। ਉਦੋਂ ਖੂਹ ਹੁੰਦੇ ਸੀ, ਟੂਟੀਆਂ ਨਹੀਂ, ਸੇਵਾ ਕਰਨੀ। ਫਿਰ ਬੜੇ ਬੜੇ ਮਹਾਂਪੁਰਖ ਆ ਜਾਣੇ, ਅਸੀਂ ਵੀ ਸੇਵਾ ਕਰਨੀ, ਸਾਨੂੰ ਵੀ ਸਿੱਖਿਆ ਮਿਲਣੀ। ਉਹ ਨਹੀਂ ਜਾਂਦੇ ਕਹਿਣਾ ਲਿਆ ਕਾਕਾ ਤੈਨੂੰ ਆਹ ਚੀਜ਼ ਦੱਸ ਜਾਈਏ, ਕੋਈ ਨਾ ਕੋਈ ਗੁਣ ਦੇ ਜਾਂਦੇ। ਜਿਹੜੇ ਚੀਜ਼ਾਂ ਆਪਣੇ ਲਈ ਵੀ ਦੂਜਿਆਂ ਲਈ ਵੀ ਪਰਉਪਕਾਰੀ ਬਣ ਜਾਂਦੀਆਂ। ਸੇਵਾ ਤੋਂ ਖੁਸ਼ ਹੋ ਕੇ ਕਿਰਪਾ ਕਰ ਜਾਂਦੇ ਨੁਕਤਾ ਕੋਈ ਨਾ ਕੋਈ। ਸੋ ਇਸ ਵਾਸਤੇ ਇੱਕ ਮਹਾਤਮਾ ਆਉਂਦੇ ਹੁੰਦੇ ਸੀ, ਤੋਂ ਸ੍ਰੀ ਸਾਡਾ ਸੋਮ ਜੀ ਉਹਨਾਂ ਦਾ ਨਾਮ ਸੀ। ਬੜੇ ਵਿਦਵਾਨ, ਬੜੇ ਤਿਆਗੀ ਵਿਰਾਗੀ ਮਹਾਂਪੁਰਖ। ਉਹਨੇ ਆਉਣਾ, ਸੰਤਾਂ ਨੇ ਪੁੱਛਣਾ ਮਹਾਰਾਜ, ਕਹਿੰਦੇ ਮਹਾਰਾਜ ਹੋਰ ਤੋਂ ਕੋਈ ਨਹੀਂ ਚਾਹੀਦਾ, ਇੱਕ ਡੋਰੀ ਲੈ ਦਿਓ। ਉਦੋਂ ਖੂਹ ਹੁੰਦੇ ਸੀ, ਉਹਨਾਂ ਜਲ ਕੱਢ ਲਿਆ ਕਮੰਡਲ ਨਾਲ, ਜਾਂ ਬੰਨ੍ਹ ਕੇ ਕੱਪੜੇ ਧੋਤੇ ਸੁੱਕਣੇ ਪਾਤੇ, ਹੋਰ ਕੋਈ ਮੰਗੇ ਹੀ ਨਹੀਂ। ਮਹਾਰਾਜ ਇੱਕ ਡੋਰੀ ਦੇ ਦਿਓ, ਜਾਂ ਜੇ ਬਹੁਤਾ ਪੈਸਾ ਫੜਦੇ ਨਾ ਲੈਂਦੇ ਨਾ ਅਤੇ ਚੰਗਾ ਅਸੀਂ ਹੁਣ ਫਲਾਣੇ ਥਾਂ ਜਾਣਾ, ਟਿਕਟ ਲੈ ਦਿਓ। ਇਸ ਤਰ੍ਹਾਂ ਦੇ ਮਹਾਂਪੁਰਖ ਸੇਵਾ ਕਰੀਏ, ਫਿਰ ਸੇਵਾ ਦੇ ਬਹਾਨੇ ਕੋਈ ਨਾ ਕੋਈ ਇਹੋ ਜਿਹੇ ਜਿਹੜੇ ਬੀਤ ਰਾਗ ਰੂਹਾਂ ਫਿਰ ਉਹ ਮਿਲ ਜਾਂਦੀਆਂ। ਮਹਾਰਾਜ ਕਿਰਪਾ ਕਰਕੇ ਮਿਲਾ ਦਿੰਦੇ ਆ। ਇਸ ਕਰਕੇ ਮਹਾਰਾਜ ਕਹਿੰਦੇ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਉਹਦੀ ਕਿਰਪਾ ਹੁੰਦੀ ਫੇਰ ਇਹੋ ਜਿਹਾ ਮਿਲਦੇ ਆ। ਨਹੀਂ ਤਾਂ ਅੱਜ ਕੱਲ੍ਹ ਆਪੂ ਬਣੇ ਹੋਏ ਤਾਂ ਬਹੁਤ ਟੋਲਿਆਂ ਦੇ ਟੋਲੇ ਫਿਰਦੇ। ਬੜਾ ਠਾਠੇ ਬਾਗੇ ਲੋਕਾਂ ਨੇ ਬਣਾਏ ਹੋਏ ਹੈ, ਪਰ ਜਿਹੜੇ ਇਸ ਤਰ੍ਹਾਂ ਦੇ ਉਹ ਕਿਤੇ ਉਹ ਸੰਤਾਂ ਨੂੰ ਕਹਿੰਦੇ ਮਾਰੋ ਕੋਈ ਐਸਾ, ਕਹਿੰਦੇ ਵੀ ਆ ਜਾਓ। ਉਹ ਲੈ ਗਿਆ ਹੁਸ਼ਿਆਰਪੁਰ ਦੇ, ਅੱਜ ਕੱਲ੍ਹ ਸਾਡੇ ਦੇਸ਼ ਹੈਗਾ ਦੇਖੀ ਜਾਈ ਆ, ਉਹ ਕੂੜਾ ਚੱਕ ਕੇ ਸ਼ਹਿਰ ਦੇ ਦੁਆਲੇ ਸੁੱਟੇ ਹੁੰਦੇ ਆ। ਉਹ ਵੀ ਇਹੋ ਜਿਹਾ ਹੀ ਆ। ਉਹ ਉੱਥੇ ਕੂੜਾ ਗਾੜਾ ਗੰਦ ਪਿਲ ਜਾ, ਉਹ ਸੰਤ ਲੰਘ ਲੁੰਘ ਕੇ ਚਲੇ ਗਏ, ਪਰੇ ਮਸਤਾਨੇ ਮਹਾਂਪੁਰਖ ਬੈਠੇ, ਕਹਿੰਦੇ ਤੁਸੀਂ ਆ ਗਏ, ਮੈਂ ਤੁਹਾਨੂੰ ਉਡੀਕ ਰਿਹਾ ਸੀ, ਹੁਣ ਮੈਂ ਸਰੀਰ ਤਿਆਗ ਦੇਣਾ, ਤੁਹਾਨੂੰ ਉਡੀਕ ਰਿਹਾ ਸੀ। ਅਤੇ ਸੰਤ ਕਹਿਣ ਲੱਗੇ ਮਹਾਰਾਜ ਕਹਿੰਦੇ ਆਹ ਬਾੜ ਜਿਹੀ ਕੀਤੀ ਹੋਈ ਸੀ ਆਪਣੇ ਬਚਾਅ ਲਈ, ਜਿਵੇਂ ਫਸਲ ਬਚਾਉਣ ਲਈ ਹੁੰਦੀ ਹੈ ਨਾ, ਕੰਡਿਆਂ ਦੀ ਬਾੜ ਕਈ ਤਾਰ ਤੂਰ ਲਾ ਲੈਂਦੇ ਆ ਅਵਾਰਾ ਪਸ਼ੂਆਂ ਤੋਂ। ਉਹ ਰੂੜੀਆਂ ਰਾੜੀਆਂ ਗੰਦ ਪਿਆ, ਕਹਿਣ ਕਿਹੜਾ ਇੱਥੇ ਗੰਦ ਲੰਘ ਕੇ ਜਾਏ ਜੀ, ਖੁਸ਼ਕਾ ਰਿਹਾ। ਉਹ ਪਰੇ ਬੈਠਾ ਆ ਮਸਤਾਨਾ, ਕਹਿੰਦੇ ਇਹਨੇ ਬਾੜ ਕੀਤੀ ਹੋਈ ਸੀ, ਕੋਈ ਨੇੜੇ ਹੀ ਨਾ ਆਵੇ, ਕਿਰਿਆ ਵੀ ਉਹੋ ਜਿਹੀ ਬਣਾਈ ਹੋਈ।
ਤੇ ਜਿਹੜੇ ਹੋ ਜਾ ਹੁੰਦੇ ਆ ਕਿ ਉੱਚੀ ਦੁਕਾਨ ਤੇ ਫਿੱਕਾ ਫਿੱਕਾ ਭਗਵਾਨ, ਠਾਠਾ ਬਾਗਾ ਬਹੁਤ ਹੁੰਦੇ, ਦੁਕਾਨ ਦਾ ਐਨ ਗੇਟ ਗੂਟ ਚੰਗਾ ਬਣਾਉਣਾ, ਭਾਵੇਂ ਅੰਦਰ ਕੁਛ ਬਣਾ ਹੋਵੇ। ਕਈ ਫੇਰ ਇਸ ਤਰ੍ਹਾਂ ਦਾ ਜਲ ਜਲਾਓ, ਠਾਠਾ ਬਾਗਾ ਬਣਾ ਬਣਾਉਂਦੇ ਆ, ਤਿੱਲੇ ਨੇ ਕੱਢਿਆ, ਚੋਲਾ ਪਾ ਲਿਆ, ਜੋੜਾ ਵੀ ਇਹੋ ਜਿਹਾ, ਤੇ ਕਲਗੀ ਸ਼ਲਗੀ ਲਾ ਲਈ, ਬਹੁਤ ਡਰਾਮੇਬਾਜ਼ੀ ਕਰਦੇ ਆ। ਪਰ ਇਹ ਜਿਹੜੇ ਉਹਦੇ ਆ ਨਾ, ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਤੈਨੂੰ ਨਿਉ ਲੱਗਾ ਰੱਬ ਛੇਤੀ ਦੇਖਣੇ ਵਿਚਾਰ। ਉਹ ਗੁਰਮੁਖ ਪਿਆਰੇ ਐਸੇ ਹੁੰਦੇ ਆ, ਪਾਤਸ਼ਾਹ ਕਿਰਪਾ ਕਰਦੇ ਹਨ। ਕਰ ਕਿਰਪਾ ਦੀਆ ਮਿਲਾਏ, ਜਿਹਨਾਂ ਤੇ ਉਹ ਕਿਰਪਾ ਕਰਦੇ ਹਨ ਉਹਨਾਂ ਨੂੰ ਫਿਓ ਮਿਲਾ ਦਿੰਦੇ ਆ, ਮਿਹਰ ਕਰ ਦਿੰਦੇ ਹਨ। ਸੇਜ ਸੁਹਾਵੀ ਸਰਬ ਸੁਖ, ਉਹਨਾਂ ਦੀ ਅੰਤਿਸ਼ਕਰਨ ਰੂਪੀ ਸੇਜਾ ਸੁਹਾਵੀ ਸੋਭਨੀਕ ਹੋ ਜਾਂਦੀ ਹੈ। ਸਰਬ ਸੁਖ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਆਤਮਾ ਬੋਧ ਹੋਣ ਤੋਂ। ਹੁਣ ਦੁੱਖਾ ਨਾਹੀ ਜਾਏ, ਦੁੱਖਾਂ ਦੀ ਜਾਏ ਜਗ੍ਹਾ ਹੀ ਨਹੀਂ ਰਹੀ, ਉੱਥੇ ਦੁੱਖ ਹੈ ਹੀ ਨਹੀਂ। ਆਨੰਦ ਸਰੂਪ ਦੇ ਵਿੱਚ ਲਿਵਲੀਨ ਹੋ ਜਾਂਦੇ ਹਨ। ਇਛ ਪੁਨੀ ਵਟ ਭਾਗਣੀ, ਉਹਨਾਂ ਵੱਡਿਆਂ ਭਾਗਾਂ ਵਾਲੀਆਂ ਸਾਰੀਆਂ ਇੱਛਾ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਹਨ। ਵਰ ਪਾਇਆ ਹਰ ਰਾਏ, ਵਰਾਂ ਨੂੰ ਦੇਣ ਵਾਲਾ ਹਰੀ ਰਾਏ ਜੋ ਪ੍ਰਕਾਸ਼ ਰੂਪ ਪਰਮੇਸ਼ਰ ਉਹ ਪ੍ਰਾਪਤ ਕਰ ਲਿਆ ਹੈ। ਮਿਲ ਸਹੀਆ ਮੰਗਲ ਗਾਵਹੀ, ਜਗਿਆਸੂ ਰੂਪੀ ਸਖੀਆਂ ਮਿਲ ਕੇ ਪਰਮਾਤਮਾ ਦੇ ਮੰਗਲ ਖੁਸ਼ੀ ਦੇ ਗੀਤ ਗਾਉਂਦੇ ਹਨ। ਗੀਤ ਗੋਵਿੰਦ ਅਲਾਏ, ਇੰਦਰੀਆਂ ਦਾ ਬਿੰਦ ਪ੍ਰਕਾਸ਼ਕ ਉਹਦੇ ਗੁਣਾਂ ਦੀ ਅਲਾਪਚਾਰੀ ਕਰਦੇ ਹਨ। ਪਰ ਮਨਮੁਖ ਮਹਾਰਾਜ ਉਧਰ ਮਾਲਵੇ 'ਚ ਗਏ ਤੇ ਮਹਾਰਾਜ ਮੱਝ ਵੀ ਸੀ ਡੇਰੇ ਵਿੱਚ, ਨੌਵੇਂ ਪਾਤਸ਼ਾਹ ਦੇ। ਕਹਿੰਦੇ ਵੀ ਮੱਝ ਬੜੀ ਕਮਜ਼ੋਰ ਹੋ ਗਈ ਹੈ। ਕਹਿੰਦੇ ਮਹਾਰਾਜ ਕੋਈ ਘਾਹ ਪੱਠਾ ਮਿਲਿਆ ਨਹੀਂ, ਵੀ ਮਨਮੁਖ ਲੋਕ ਰਾਹ 'ਚ ਮਿਲਦੇ ਰਹੇ, ਕਿਸੇ ਨੇ ਕੋਈ ਸੇਵਾ ਵਾਲੀ ਗੱਲ ਕੀਤੀ ਕਰਾਈ ਨਹੀਂ। ਮਹਾਰਾਜ ਕਹਿੰਦੇ ਵੀ ਚਲੋ ਅੱਗੇ ਉਹ ਇੱਕ ਪਿੰਡ 'ਚ ਗਏ, ਸਿੰਘਾਂ ਨੂੰ ਕਿਹਾ ਵੀ ਜਾਓ ਘਾਹ ਘੂ ਖੋਤ ਕੇ ਲਿਆਓ। ਉਹ ਫਿਰ ਬੰਨਿਆ ਉੱਤੇ ਘਾਹ ਘੂ ਸੀ, ਅੱਜ ਕੱਲ੍ਹ ਤਾਂ ਹੁਣ ਦਵਾਈਆਂ ਲੱਗ ਪਿਆ ਨਾ ਪਾਉਣ, ਉਹ ਇਸ ਤਰ੍ਹਾਂ ਘਾਹ ਖੋਤ ਕੇ ਲਿਆਏ। ਉਹ ਜਿਹੜੇ ਜੱਟ ਸੀਗੇ ਖੇਤ ਦੇ ਮਾਲਕ ਆ ਗਏ, ਤੁਸੀਂ ਕਿਹਨੂੰ ਪੁੱਛ ਕੇ ਲੱਗਿਆ? ਉਹ ਕਹਿੰਦੇ ਮਹਾਰਾਜ ਜੀ ਤੁਹਾਡਾ ਆਜਾੜਿਆ ਤਾਂ ਕੁਛ ਹੈ ਨਹੀਂ, ਮਹਾਰਾਜ ਨੇ ਭੇਜਿਆ ਵੱਟਾਂ ਤੋਂ ਘਾਹ ਖੋਤਿਆ, ਖੇਤ ਤੁਹਾਡੇ 'ਚ ਬੜੇ ਨੇ, ਕੋਈ ਤੁਹਾਡਾ ਤੀਲਾ ਤੋੜਿਆ ਨਹੀਂ, ਨੁਕਸਾਨ ਨਹੀਂ, ਤੁਸੀਂ ਕੌਣ ਹੁੰਦੇ ਸਾਡੀਆਂ ਵੱਟਾਂ 'ਤੇ? ਉਹਨੇ ਘਾਹ ਵੀ ਖੋਲਿਆ, ਕੁੱਟਿਆ ਮਾਰਿਆ, ਗਾਲੀ ਗਲੋਚ ਵੀ ਕੀਤਾ। ਆ ਗਏ ਮਹਾਰਾਜ ਕਹਿੰਦੇ ਨੌਵੇਂ ਪਾਤਸ਼ਾਹ ਆ ਗਏ ਵੀ, ਕਹਿੰਦੇ ਮਹਾਰਾਜ ਇਉਂ ਹੋਈ, ਕਹਿੰਦੇ ਅੱਛਾ ਬੜੇ ਮਨਮੁਖ ਲੋਕ ਹੈ। ਮਹਾਰਾਜ ਕਹਿੰਦੇ ਚਲੋ, ਚਲੇ ਗਏ। ਫਿਰ ਵਿੱਚ ਹੋਇਆ ਫਿਰ ਬੜਾ ਗਲਤ ਕੰਮ ਕੀਤਾ ਸੀ, ਪਿਆਰ ਤੇ ਸੇਵਾ ਕੀ ਕਰਨੀ ਸੀ, ਐਂ ਘਿਓ ਦਾ ਟੀਨ ਲਿਆ, ਭੂਰਾ ਜਿਹਾ ਲੈ ਲਿਆ। ਮਾਫੀ ਮਹਾਰਾਜ ਚੁੱਪ ਹੀ ਰਹੇ, ਗਾਂਹ ਚਲੇ ਗਏ, ਫਿਰ ਮਗਰ ਗਏ। ਫਿਰ ਬਹੁਤ ਲਿਲਕੜੀਆਂ ਜਿਹੀਆਂ ਕੱਢੀਆਂ, ਮਾਫੀਆਂ ਮੰਗਦੇ ਰਹੇ। ਫਿਰ ਮਹਾਰਾਜ ਕਹਿੰਦੇ ਵੀ ਹੁਣ ਉਹ ਤਾਂ ਸਮਾਂ ਉੱਥੋਂ ਨਿਕਲ ਗਿਆ, ਪਰ ਹੁਣ ਇਹ ਹੈ ਵੀ ਤੁਹਾਨੂੰ ਹੁਣ ਕੋਈ ਬਚਨ ਅਸੀਂ ਕੌੜਾ ਨਹੀਂ ਕਹਿੰਦੇ। ਨੌਵੇਂ ਪਾਤਸ਼ਾਹ ਜਿਨ੍ਹਾਂ ਨੇ ਸਾਡੇ ਵਾਸਤੇ ਬਲੀਦਾਨ ਦਿੱਤੇ ਔਰ ਸਾਨੂੰ ਸਾਰਿਆਂ ਨੂੰ ਬਚਾਇਆ, ਅਸੀਂ ਤਾਂ ਆਪਣਾ ਆਪ ਵੀ ਡੋਬਣ ਲੱਗੇ ਹੋਏ ਨਸ਼ੇ ਵਰਤ ਕੇ, ਆਪਣਾ ਆਪ ਤਬਾਹ ਕਰਨ ਲੱਗੇ। ਸਾਨੂੰ ਬਚਾਉਣ ਵਾਸਤੇ ਆਪਣਾ ਬਲੀਦਾਨ ਕੁਰਬਾਨੀ ਕੀਤੀ। ਇਤਿਹਾਸ ਪੜ੍ਹੀਏ, ਇੱਕ ਘਾਹ ਦੀ ਪੰਡ ਤੋਂ ਕੀ ਕਰਦੇ ਰਹੇ ਸਾਡੇ ਲੋਕਾਂ ਦਾ ਹਾਲ। ਹੋਰ ਇਤਿਹਾਸ ਇਹੋ ਜਿਹਾ ਪ੍ਰਸੰਗ ਬਹੁਤ। ਦਸਮ ਪਾਤਸ਼ਾਹ ਬਗੌਰ ਗਏ, ਉੱਥੇ ਵੀ ਘੋੜਿਆਂ ਲਈ ਘਾਹ ਲਈ ਗਏ ਸੀ, ਉੱਥੇ ਗਲ ਪਏ। ਭਾਈ ਮਾਨ ਸਿੰਘ ਸਮਝੌਤੇ ਲਈ ਗਏ, ਜਿਹੜੇ ਚਮਕੌਰ ਚੋਂ ਨਾਲ ਮਹਾਰਾਜ ਦੇ ਆਏ ਸੀ, ਤੇ ਇੱਕ ਨੇ ਉਹ ਗੋਲੀ ਮਾਰਤੀ ਸੀ, ਸ਼ਹੀਦ ਹੋ ਗਏ ਸੀ। ਫਿਰ ਬਹਾਦਰ ਸ਼ਾਹ ਕਹਿੰਦਾ ਮਹਾਰਾਜ ਦੱਸੋ
ਮਹਾਰਾਜ ਕਹਿੰਦੇ ਦੱਸਣਾ ਦਸਾਉਣਾ ਕੀ ਹੈ, ਸਿੰਘ ਤਾਂ ਸਾਡਾ ਹੁਣ ਮੁੜਨਾ ਨਹੀਂ। ਬਸ ਠੀਕ ਆ। ਜਿਹੜੇ ਗੁਰੂਆਂ ਨੇ ਸਾਡੇ ਵਾਸਤੇ ਪਿਤਾ ਪੁੱਤਰ ਪਰਿਵਾਰ ਪ੍ਰਾਣਾਂ ਨੂੰ ਪਿਆਰੇ ਸਿੰਘ ਬਾਰੇ ਇਹਨਾਂ ਦੇਸ਼ ਵਾਸੀਆਂ ਦਾ ਜਿਹੜੇ ਹਾਲ ਹਵਾਲ ਪੜ੍ਹੀਏ, ਇਹ ਕਿੱਥੇ ਤੱਕ ਪਹੁੰਚੇ ਆ। ਇਹ ਆ ਪਹਾੜੀਏ ਜਾ ਜਾ ਕੇ ਔਰੰਗਜ਼ੇਬ ਨੂੰ ਚੁੱਕ ਥਲ ਕਰ ਕਰਕੇ ਚੜਾ ਲਿਆਉਂਦੇ ਸੀ। ਜਿਹੜੇ ਦੇਸ਼ ਵਾਸਤੇ ਮਹਾਰਾਜ ਨੇ ਇਹ ਕੁਝ ਕੀਤਾ, ਐਸੇ ਅਕਿਰਤ ਕਣ ਲੋਕ ਉਦੋਂ ਵੀ ਸੀ, ਹੁਣ ਵੀ ਹੈਗੇ, ਜਿਨ੍ਹਾਂ ਦਾ ਕੰਮ ਹੀ ਇਹ ਹੈ। ਗੁਰੂ ਘਰ ਦੇ ਦੁਖੀ ਜਿਹੜੇ ਲੋਕ, ਪਰ ਜਿਹੜੇ ਪ੍ਰੇਮੀ ਆ ਉਹ ਨਹੀਂ ਲਾਹੇ ਲਏ ਆ। ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਹਾਂਜੀ, ਗੀਤ ਗੋਵਿੰਦ ਅਲਾਏ। ਉਹ ਗੁਰਮੁਖ ਤੇ ਗੋਬਿੰਦ ਦੇ ਗੀਤ ਅਲਾਏ, ਉਹਦੀ ਅਲਾਪਚਾਰੀ ਕਰਦੇ ਹਨ। ਹਰ ਜੇਹਾ ਅਵਰ ਨਾ ਦਿਸਾਈ। ਉਹਨਾਂ ਦੀ ਤਾਂ ਬਿਰਤੀ ਇੱਥੇ ਪਹੁੰਚੀ, ਸਾਨੂੰ ਮਹਾਰਾਜ ਵਰਗਾ ਹੋਰ ਕੋਈ ਨਜ਼ਰ ਨਹੀਂ ਆਉਂਦਾ। ਉਹਨੇ ਤਾਂ ਆਪਣਾ ਆਪ ਗੁਰੂ ਦੇ ਉੱਤੇ ਕੁਰਬਾਨ ਕਰ ਦਿੱਤਾ ਭਾਈ ਮਨੀ ਸਿੰਘ ਵਰਗਿਆਂ ਨੇ। ਕੋਈ ਦੂਜਾ ਲਵੈ ਨਾ ਲਾਏ। ਕੋਈ ਦੂਜਾ ਲਵੈ, ਉਹਨਾਂ ਦੀ ਸਦਰਸ਼ਤਾ ਬਰਾਬਰਤਾ ਨਹੀਂ ਪ੍ਰਾਪਤ ਕਰ ਸਕਦਾ। 9ਵੇਂ ਪਾਤਸ਼ਾਹ 10ਵੇਂ ਪਾਤਸ਼ਾਹ ਦੀ ਸਮਾਨਤਾ ਕੌਣ ਲੈ ਸਕਦਾ ਹੈ। ਹਲਤ ਪਲਤ ਸਵਾਰਿਓਨ। ਜਿਹਨਾਂ ਨੂੰ ਸੋਝੀ ਆਈ, ਉਹਨਾਂ ਨੇ ਗੁਰੂ ਮਹਾਰਾਜ ਦੀ ਸੇਵਾ ਘਾਲ ਕਰਕੇ ਆਪਣਾ ਲੋਕ ਪਰਲੋਕ ਸਵਾਰ ਲਿਆ। ਨਿਹਚਲ ਦਿੱਤੀਅਨ ਜਾਏ। ਗੁਰੂ ਮਹਾਰਾਜ ਨੇ ਕਿਰਪਾ ਕਰਕੇ ਉਹਨਾਂ ਨੂੰ ਨਿਸ਼ਚਲ ਨਾ ਚਲਾਏ ਮਾਨ ਹੋਲੀ ਜਿਹੜੀ ਜਗ੍ਹਾ, ਉਹ ਸੱਚਖੰਡ, ਉਹਦੀ ਪ੍ਰਾਪਤੀ ਕਰਾ ਦਿੱਤੀ ਹੈ। ਸੰਸਾਰ ਸਾਗਰ ਤੇ ਰੱਖਿਆਨ। ਸੰਸਾਰ ਸਾਗਰ ਵਿਕਾਰਾਂ ਦੀ ਜ਼ਹਿਰ ਨਾਲ ਭਰਿਆ ਹੋਇਆ, ਇਹਦੇ ਵਿੱਚ ਉਹਨਾਂ ਦੀ ਰੱਖਿਆ ਕੀਤੀ ਹੈ। ਬਹੁੜ ਨਾ ਜਨਮੈ ਧਾਏ। ਮੁੜ ਕੇ ਉਹਨਾਂ ਦਾ ਜਨਮ ਹੁੰਦਾ, ਨਾ ਜੂਨੀਆਂ ਵਿੱਚ ਧੋਣਾ ਭਜਣਾ ਨੱਸਣਾ ਪੈਂਦਾ। ਉਹਨੇ ਅਟਲ ਅਮਰ ਪਦਵੀ ਨੂੰ ਪਾ ਲਿਆ ਹੈ। ਜਿਹਵਾ ਏਕ ਅਨੇਕ ਗੁਣ। ਇਹ ਪਾਤਸ਼ਾਹ ਰਸਨਾ ਇੱਕ, ਤੇਰੇ ਅਨੇਕਾਂ ਬੇਅੰਤ ਗੁਣ ਹਨ। ਤਰੇ ਨਾਨਕ ਚਰਣੀ ਪਾਏ। ਜਿਹੜੇ ਛੱਡ ਕੇ ਤੇਰੇ ਚਰਣੀ ਪੈ ਗਏ, ਉਹ ਸੰਸਾਰ ਸਗਰ ਤੋਂ ਤਰ ਗਏ। ਹੰਕਾਰੀ ਜਿਹੜੇ ਉਹ ਰੋਜ਼ਾਨਾ ਨਾਸਾਂ ਡੋਬ ਡੋਬ ਮਰ ਰਹੇ ਹਨ। ਫਲ ਗੁਣ ਨਿਤ ਸਲਾਹੀਐ। ਫਲਗੁਣ ਦੇ ਮਹੀਨੇ ਦੁਆਰਾ ਸਿੱਖਿਆ ਹਮੇਸ਼ਾ ਵਾਸਤੇ ਉਸ ਨਿਰੰਕਾਰ ਦੇ ਨਾਮ ਦਾ ਅਭਿਆਸ ਕਰਦੇ, ਉਹਦੀ ਉਸਤਤ ਉਹਦੀ ਸਲੋਤਾ ਕਰਦੇ ਰਹੀਏ। ਜਿਸਨੋ ਤਿਲ ਨਾ ਤਮਾਏ। ਉਹ ਨਿਰੰਕਾਰ ਪਰਮੇਸ਼ਰ ਸਤਿਗੁਰੂ ਕੈਸੇ, ਜਿਨ੍ਹਾਂ ਨੂੰ ਤਿਲ ਥੋੜਾ ਮਾਤਰ ਵੀ ਤਮਾਏ, ਤਮਾ ਨਹੀਂ ਕੋ ਖਾਸ਼ ਨਹੀਂ, ਔਰ ਥੋੜਾ ਮਾਤਰ ਵੀ ਉਹਨਾਂ ਦੇ ਹਿਰਦੇ ਅਗਿਆਨਤਾ ਹਨੇਰਾ ਨਹੀਂ। ਉਹ ਸਰੀਰ ਨਹੀਂ, ਉਹ ਪ੍ਰਕਾਸ਼ ਸਰੂਪ ਹਨ। ਜਿਨ ਜਿਨ ਨਾਮ ਧਿਆਇਆ। ਇਸ ਬਾਣੀ ਦਾ ਫਲਾਦੇਸ਼ ਮਹਾਤਮ ਦੱਸਦੇ ਹਨ। ਜਿਨ੍ਹਾਂ ਜਿਨ੍ਹਾਂ ਨੇ ਵੀ ਪਰਮੇਸ਼ਰ ਦੇ ਨਾਮ ਨੂੰ ਧਿਆਇਆ ਹੈ, ਤਿਨ ਕੇ ਕਾਜ ਸਰੇ। ਉਹਨਾਂ ਦੇ ਸਾਰੇ ਕਾਰਜ ਸਰ ਗਏ, ਸ੍ਰੇਸ਼ਟ ਬਣ ਗਏ, ਪੂਰੇ ਹੋ ਗਏ ਹਨ। ਹਰ ਗੁਰ ਪੂਰਾ ਆਰਾਧਿਆ। ਪੂਰੇ ਗੁਰੂ ਦੁਆਰਾ ਹਰੀ ਨਿਰੰਕਾਰ ਦੇ ਨਾਮ ਦਾ ਆਰਾਧਨ ਕੀਤਾ ਹੈ। ਦਰਗਹ ਸੱਚ ਖਰੇ। ਉਹ ਦਰਗਾਹ ਵਿੱਚ ਸਚਿਆਰ ਖਲੋਤੇ ਨਜ਼ਰ ਆਉਂਦੇ ਹਨ। ਝੂਠੇ ਤਾਂ ਫੇ ਨੀਵੀਆਂ ਪਾ ਕੇ ਖੜਦੇ ਨਾ, ਬੇਸ਼ਰਮ ਜਿਹਾ ਹੋ ਕੇ, ਪੈਰ ਦੇ ਗੂਠੇ ਨਾਲ ਮਿੱਟੀ ਜਿਹੀ ਫਰੋਲੀ ਜਾਣਗੇ। ਜਿਹੜੇ ਸੱਚੇ ਆ, ਸਚਿਆਰ, ਉਹ ਮਹਾਰਾਜ ਦੇ ਸਨਮੁਖ ਖਲੋਤੇ ਹੋਏ ਗੁਰਸਿੱਖਾਂ ਦੀ ਲਾਈਨ ਵਿੱਚ ਸੋਭਾ ਪਾਉਂਦੇ ਹਨ। ਸਰਬ ਸੁਖਾ ਨਿਧ ਚਰਨ ਹਾਰ। ਹਰੀ ਦੇ ਚਰਨ ਜਿਹੜੇ ਇਹਨਾਂ ਦਾ ਧਿਆਨ ਕਰਨੇ ਨਾ, ਸਾਰੇ ਸੁੱਖਾਂ ਦੀ ਨਿਧੀ ਖਜ਼ਾਨੇ ਪ੍ਰਾਪਤ ਹੋ ਜਾਂਦੇ ਹਨ। ਭਉ ਜਲ ਬਿਖਮ ਤਰੇ। ਇਹ ਜਿਹੜਾ ਭੈ ਦਾ ਬਿਖਮ ਕਠਿਨ ਸੰਸਾਰ, ਇਹ ਤੋਂ ਜਿਵੇਂ ਗਾਂ ਦੇ ਖੁਰ ਨੂੰ ਟੱਪਣ ਲੱਗਿਆ ਤਕਲੀਫ ਨਹੀਂ, ਇਉਂ ਤਰ ਜਾਂਦੇ ਹਨ। ਪ੍ਰੇਮ ਭਗਤ ਤਿਨ ਪਾਈਆ। ਉਹਨਾਂ ਨੇ ਪ੍ਰੇਮਾ ਭਗਤੀ
ਗੁਰੂ ਮਹਾਰਾਜ ਦੇ ਘਰ ਵਿੱਚੋਂ ਪਾ ਲਈ ਹੈ। ਵਿਖਿਆ ਨਾਹਿ ਜਰੇ ਉਹ ਬਕਾਰਾਂ ਦੀ ਜ਼ਹਿਰ ਅੱਗ ਵਿੱਚ ਨਹੀਂ ਸੜਦੇ ਹਨ। ਕੂੜ ਗਏ ਦੁਬਿਧਾ ਨਸੀ ਕੂੜ ਝੂਠ ਵੀ ਚਲ ਗਿਆ, ਜਿਹੜੀ ਦੁਬਿਧਾ ਸੀ ਉਹ ਵੀ ਭਗੌੜੀ ਹੋ ਕੇ ਭੱਜ ਗਈ ਹੈ। ਪੂਰਨ ਸੱਚ ਭਰੇ ਹੁਣ ਪਰਮਾਤਮਾ ਨਾਲ ਜੋੜ ਕੇ ਆਪਣੇ ਹਿਰਦੇ ਨੂੰ ਸੱਚ ਦੇ ਨਾਲ ਭਰ ਲਿਆ ਹੈ, ਸੱਚ ਨੂੰ ਗ੍ਰਹਿਣ ਕਰ ਲਿਆ ਹੈ। ਪਾਰ ਬ੍ਰਹਮ ਪ੍ਰਭ ਸੇਵਦੇ ਪਾਰ ਬ੍ਰਹਮ ਜੋ ਪਰਮੇਸ਼ਰ ਉਹਦੀ ਉਹ ਖਿਦਮਤ ਕਰਦੇ ਹਨ, ਸੇਵਾ ਕਰਦੇ ਹਨ। ਮਨ ਅੰਦਰ ਏਕ ਧਰੇ ਮਨ ਦੇ ਅੰਦਰ ਇੱਕੋ ਇੱਕ ਪਰਮਾਤਮਾ ਦੀ ਟੇਕ ਧਾਰੀ ਹੋਈ, ਹੋਰ ਆਸਾਂ ਸਭ ਤਿਆਗ ਦਿੱਤੀਆਂ ਹਨ। ਮਾਹ ਦਿਵਸ ਮੂਰਤ ਭਲੇ ਐਸੇ ਗੁਰਮੁਖਾਂ ਦੇ ਮਾਹ ਮਹੀਨੇ ਮਹੂਰਤ ਘੜੀਆਂ ਸਾਰੀਆਂ ਭਲੀਆਂ ਗੁਜ਼ਰਦੀਆਂ ਹਨ। ਜਿਸ ਕੋ ਨਦਰ ਕਰੇ ਐਸਾ ਸੁਖਦਾਈ ਆਨੰਦਦਾਈ ਸਮਾਂ ਜਿਨ੍ਹਾਂ ਤੇ ਮਿਹਰ ਕਰਦਾ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ। ਨਾਨਕ ਮੰਗੈ ਦਰਸ ਦਾਨ ਇਹ ਪਾਤਸ਼ਾਹ ਤੇਰੇ ਘਰ ਚੋਂ ਤੇਰੇ ਦਰਸ਼ਨ ਦਾ ਦਾਨ ਮੰਗਦੇ ਹਾਂ। ਕਿਰਪਾ ਕਰੋ ਹਰੇ ਨਿਰੰਕਾਰ ਆਪ ਐਸੀ ਕਿਰਪਾ ਬਖਸ਼ਿਸ਼ ਕਰ ਦੇਣਾ ਕਰੋ। ਇਹ ਸਤਸੰਗੀਓ 12 ਮਹਾਂ ਦੀ ਆਖਰੀ ਪੌੜੀ ਔਰ ਇਸ ਬਾਣੀ ਦੇ ਮਹਾਤਮ ਦੀ ਵਿਚਾਰਧਾਰਾ ਆਪ ਸਾਰਿਆਂ ਨੇ ਸਰਵਣ ਕੀਤੀ ਹੈ। ਗੁਰੂ ਮਹਾਰਾਜ ਕਿਰਪਾ ਕਰਨ, ਇਹ ਪਵਿੱਤਰ ਵਿਚਾਰ ਹਿਰਦੇ 'ਚ ਨਿਵਾਸ ਕਰਨ। ਜਿਵੇਂ ਸਾਲ ਮਹੀਨਾ ਸੁਖ ਦਾ ਬਤੀਤ ਹੋਇਆ ਔਰ ਮਹਾਰਾਜ ਇਸ ਤਰ੍ਹਾਂ ਇਹ ਮਹੀਨਾ ਸੁਖ ਸ਼ਾਂਤੀ ਦਾ ਬਤੀਤ ਕਰਾਉਣ, ਸਾਰਿਆਂ ਦਾ ਭਲਾ ਕਰਨ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਆਈ ਸੰਗਤ ਨੂੰ ਜੀ ਆਇਆਂ। ਸਾਰਿਆਂ ਦਾ ਹੀ ਧੰਨਵਾਦ ਔਰ ਪ੍ਰਬੰਧਕਾਂ ਦਾ, ਸੰਗਤਾਂ ਦਾ ਵੀ, ਸੇਵਾਦਾਰਾਂ ਦਾ ਵੀ। ਮਹਾਰਾਜ ਮਿਹਰ ਕਰਨ, ਨਾਮਦਾਨ, ਸਿੱਖੀ ਦਾਨ, ਭਰੋਸਾ, ਤੰਦਰੁਸਤੀ ਬਖਸ਼ਿਸ਼ ਕਰਨ। ਪੰਥ ਵਿੱਚ ਏਕਤਾ, ਇਤਫਾਕ, ਪਿਆਰ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਹੁਣ ਪਿਆਰ ਨਾਲ ਆਨੰਦ ਸਾਹਿਬ ਦਾ ਪਾਠ ਸਰਵਣ ਕਰਨਾ। ਅਰਦਾਸ ਸ਼੍ਰੀ ਮੁਖ ਵਾਕ ਤੇ ਪ੍ਰਸ਼ਾਦ ਲੈ ਕੇ ਜਾਣ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਹ ਦਿਵਸ ਮੂਰਤ ਭਲੇ ਜਿਸ ਕਾ ਨਦਰ ਕਰੇ ਨਾਨਕ ਮੰਗੈ ਦਰਸ ਦਾਨ ਕਿਰਪਾ ਕਰੋ ਹਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।